ਸਾਡੇ ਟਰੱਕਰ ਵੀਰ ਇੱਕ ਨੰਬਰ ਨੋਟ ਕਰਕੇ ਆਪਣਾ ਰੱਖ ਲੈਣ ਜੀ। ਨੰਬਰ ਹੈ 2047770460। ਇਹ ਨੰਬਰ ਹੈ ਜੀ ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ 200 ਟਰਾਂਸਪੋਰਟ ਰੋਡ ਸਪਰਿੰਗਫੀਲਡ ਵਿਨੀਪੈਗ ਵਾਲੇ ਬਲਤੇਜ ਪਨੇਸਰ ਜੀ ਹੋਰਾਂ ਦਾ। ਇੱਥੇ ਤੁਹਾਡੇ ਟਰੱਕ ਦੇ ਸਾਰੇ ਕੰਮ ਕੀਤੇ ਜਾਂਦੇ ਨੇ। DOT ਇੰਸਪੈਕਸ਼ਨ ਤੋਂ ਲੈ ਕੇ ਵਿੰਡ ਸਕਰੀਨ ਬਦਲਣੀ ਹੈ 24 ਘੰਟੇ 7 ਦਿਨ ਇਹ ਟਰੱਕ ਸਟਾਪ ਖੁੱਲ੍ਹਾ ਰਹਿੰਦਾ ਹੈ। ਇੱਥੇ ਤੁਹਾਡਾ ਇੰਜਨ ਰੀਬਿਲਟ ਕੀਤੀ ਜਾਂਦੀ ਹੈ, ਟਰਾਂਸਮਿਸ਼ਨ, ਡਿਫਰੈਂਸ਼ੀਅਲ, ਕਲੱਚ, ਸੀਜ਼ਨਲ ਸਰਵਿਸ, ਪ੍ਰੋਫੈਸ਼ਨਲ ਕੰਮ ਜਿੰਨੇ ਵੀ ਹੈਗੇ ਨੇ ਸਾਰੇ ਕੰਮ ਕੀਤੇ ਜਾਂਦੇ ਨੇ। ਸੋ ਤੁਸੀਂ ਸੰਪਰਕ ਕਰ ਸਕਦੇ ਹੋ ਜੀ 2047770460 ਤੇ ਹੁਣ ਮੇਰੇ ਨਾਲ ਜੁੜ ਗਏ ਨੇ ਡਾਕਟਰ ਸ਼ਿੰਦਰ ਕੌਰ ਹੋਰੀ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਭਾਜੀ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਸਕਦੇ ਨੇ ਸਭਨਾਂ ਨੂੰ ਨਿੱਕੀ ਫਤਿਹ ਜੀ। ਭਾਜੀ ਮੈਂ ਕੁਛ ਡੇਟਾਜ਼ ਵੇਖ ਰਿਹਾ ਸੀਗਾ, ਅੱਜ ਮੇਰੇ ਮਨ 'ਚ ਆਇਆ ਕਿ ਅੱਜ ਟੌਪਿਕ ਜਿਹੜਾ ਹੈਗਾ, ਕਿਉਂਕਿ ਵੀਡੀਓਜ਼ ਕਾਫੀ 2-3 ਦਿਨਾਂ ਤੋਂ ਘੁੰਮ ਰਹੀਆਂ ਸੀਗੀਆਂ, ਖਾਸ ਕਰਕੇ ਰਾਜਸਥਾਨ ਦੀਆਂ ਵੀਡੀਓਜ਼ ਆ ਰਹੀਆਂ ਨੇ, ਪੰਜਾਬ ਦੀਆਂ ਵੀ ਆ ਰਹੀਆਂ ਨੇ। ਦੂਜੇ ਪਾਸੇ ਇਹ ਵੀ ਹੈ ਕਿ ਔਰਤਾਂ ਦੇ ਉੱਤੇ ਵਾਇਲੈਂਸ ਜਿਹੜੀ ਹੈਗੀ ਆ ਉਹ ਬਹੁਤ ਵੱਡੇ ਪੱਧਰ 'ਤੇ ਜਿਹੜੀ ਆ ਗਈ ਆ। ਇੱਕ ਪਾਸੇ ਅਸੀਂ ਮੰਗ ਕਰਦੇ ਹਾਂ ਕਿ ਔਰਤਾਂ ਨੂੰ ਬਰਾਬਰੀ ਦਾ ਜਿਹੜਾ ਦਰਜਾ ਦਿੱਤਾ ਜਾਵੇ, ਔਰਤਾਂ ਬਰਾਬਰੀ ਦਾ ਦਰਜਾ ਮੰਗਦੀਆਂ ਨੇ। ਚਲੋ ਲੜਾਈ ਪੜ੍ਹਾਈ ਹੋਣੀ ਦੋ ਮੁਹੱਲਿਆਂ ਦੇ ਵਿੱਚ, ਦੋ ਆਂਢੀਆਂ ਗੁਆਂਢੀਆਂ ਦੀ ਇੱਕ ਵੱਖਰੀ ਗੱਲ ਹੈ, ਪਰ ਇੱਕ ਵਾਇਲੈਂਸ ਜਿਹੜੀ ਹੋਣੀ, ਟਾਰਗੇਟਡ ਵਾਇਲੈਂਸ ਜਿਹੜੀ ਕੀਤੀ ਜਾਣੀ। ਜਿਵੇਂ ਮੈਂ ਦੇਖ ਰਿਹਾ ਸੀ ਅੱਜ ਕਿ ਇੱਕ ਵੀਡੀਓ ਆਈ, ਇੱਕ ਬੰਦਾ ਆਪਦੀ ਘਰ ਵਾਲੀ ਨੂੰ ਕੁੱਟ-ਕੁੱਟ ਕੇ ਉਹਦੇ ਆਪਦੇ ਸਹੁਰੇ ਨਾਲ ਲੈ ਕੇ ਜਾ ਰਿਹਾ ਆਪਦੇ ਘਰ ਨੂੰ ਪੇਕਿਆਂ ਤੋਂ। ਬੜੀ ਸਥਿਤੀ ਜਿਹੜੀ ਆ ਰਾਜਸਥਾਨ ਦੀਆਂ ਬੜੀਆਂ ਆ ਗਈਆਂ। ਇਸੇ ਤਰ੍ਹਾਂ ਇੱਕ ਬੜੀ ਉਹ ਵੀਡੀਓ ਬੜੀ ਵਾਇਰਲ ਹੋਈ, ਮੈਨੂੰ ਲੱਭਣਾ ਪਿਆ 5-6 ਸਾਲ ਪੁਰਾਣੀ ਵੀਡੀਓ। ਇੱਕ ਬੰਦਾ ਆਪਦੀ ਘਰ ਵਾਲੀ ਜਾਂਦੀ ਨਹੀਂ ਸੀ, ਉਹਦੇ ਪੇਕੇ ਭੇਜਦੇ ਨਹੀਂ ਸੀਗੇ, ਉਹ ਟਰੈਕਟਰ 'ਤੇ ਚੱਕ ਕੇ ਲੈ ਗਿਆ, ਲੋਕ ਕਹਿੰਦੇ ਵੀ ਕਿਡਨੈਪ ਕਰਕੇ ਲੈ ਗਿਆ, ਪਰ ਬਾਅਦ 'ਚ ਪਤਾ ਚੱਲਿਆ ਕਿ ਉਹ ਆਪਦੀ ਘਰ ਵਾਲੀ ਨੂੰ ਆਪਦੇ ਨਾਲ ਲੈ ਕੇ ਗਿਆ ਸੀ। ਸੋ ਵਾਇਲੈਂਸ ਦੀਆਂ ਜਿਹੜੀਆਂ ਸਥਿਤੀਆਂ ਲਗਾਤਾਰ ਵੱਧ ਰਹੀਆਂ ਨੇ ਜੀ। ਹਾਂ ਭਾਜੀ, ਮੈਂ ਜੇ ਤੁਹਾਨੂੰ ਸਿਰਫ ਹੀ ਮੈਂ 2016 ਤੋਂ ਅੱਗੇ ਗੱਲ ਕਰਨਾ ਚਾਹੁੰਦੀ ਹਾਂ ਤੇ ਤੁਹਾਨੂੰ ਅੰਦਾਜ਼ਾ ਹੋਏਗਾ ਸਿਰਫ ਇੱਕ ਦੇਰ 'ਚ ਕੀ ਹੋਇਆ ਕਿ ਸਾਡੇ ਪੂਰੇ ਹਿੰਦੁਸਤਾਨ 'ਚ ਗੈਂਗ ਰੇਪਸ ਜੋ ਰਿਪੋਰਟਡ ਸਨ ਨਾ, ਟੋਟਲ ਸਿਰਫ ਇੱਕ ਸਨ 2016 'ਚ 2160 ਸੀ, ਜਿਨ੍ਹਾਂ ਵਿੱਚ ਅੱਗੇ ਧਿਆਨ ਕਰਿਓ 60% ਤੋਂ ਉੱਪਰ ਨਾਬਾਲਗ ਬੱਚੀਆਂ ਦੇ ਸੀ। ਗੈਂਗ ਰੇਪਸ ਕੱਲਿਆਂ ਦੀ ਗੱਲ ਕੀਤੀ ਹੈ। ਜੇ ਅਸੀਂ ਇੰਡੀਵਿਜੂਅਲ ਰੇਪਸ ਦੀ ਗੱਲ ਕਰੀਏ, ਗੈਂਗ ਰੇਪਸ ਵੱਖਰੇ ਕਰਕੇ ਫਿਰ ਜਿਹੜੇ ਰਿਪੋਰਟਡ ਕੱਲੇ ਰੇਪ ਸਨ ਉਹ ਆਏ ਸਨ 38,947 ਜੀ, ਜਿਨ੍ਹਾਂ ਵਿੱਚੋਂ ਦਿੱਲੀ 'ਚ 2155 ਸਨ, 4882 MP 'ਚ ਸਨ, 4816 UP 'ਚ ਸਨ, 3656 ਰਾਜਸਥਾਨ, 4190 ਮਹਾਰਾਸ਼ਟਰ ਵਿੱਚ। ਯਾਨੀ ਕਹਿਣ ਦਾ ਮੇਰਾ ਸਿਰਫ ਮੈਂ ਇਸ ਕਰਕੇ ਇਹ ਫਿਗਰਸ ਦਿੱਤੇ, ਇਹ ਸਿਰਫ ਰਿਪੋਰਟਡ ਨੇ। ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਸ 2016 ਦੀ ਉਹਨਾਂ ਦੀ ਇੱਕ ਜੋ ਉਹਨਾਂ ਨੇ ਜਗਦਾਰ ਕੀਤੀ ਸੀ ਗੱਲ ਉਹ ਇਹ ਕਿ ਜੇ ਇੰਡੀਆ ਦੇ ਵਿੱਚ ਕ੍ਰਾਈਮ ਅਗੇਂਸਟ ਵੂਮੈਨ ਕੈਲਕੂਲੇਟ ਕਰਨਾ ਹੋਏ ਤਾਂ ਜਿੰਨੇ ਇਹ ਅੰਕੜੇ ਦੱਸੇ ਜਾਂਦੇ ਨੇ ਉਹਨੂੰ ਮਲਟੀਪਲਾਈ ਬਾਈ 60 ਕਰਿਆ ਕਰੋ। ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ, ਜੇ ਮੈਂ ਨਹੀਂ ਕੁਛ ਵਧਾ ਚੜਾ ਕੇ ਕਹਿ ਰਹੀ। ਸੋ ਮਤਲਬ ਅਸੀਂ ਸਮਝ ਸਕਦੇ ਹਾਂ ਕਿ ਅੰਡਰ ਰਿਪੋਰਟਡ ਸਾਨੂੰ ਵੀ ਪਤਾ ਹੈ, ਜਿਨ੍ਹਾਂ ਵਿੱਚ ਇੰਡੀਆ ਦੇ ਕਈ ਕੰਟਰੀਜ਼ ਬਹੁਤ ਅੰਡਰ ਰਿਪੋਰਟਡ ਹੁੰਦੇ ਨੇ। ਖਾਸ ਇੰਡੀਆ ਦੇ ਨਾਲ ਨਾਲ ਜੇਕਰ ਆਪਾਂ ਆਖੀਏ ਕਿ ਮੁਸਲਿਮ ਕੰਟਰੀਜ਼ ਤੇ ਉਧਰ ਅਫਰੀਕਾ ਦੇ ਵਿੱਚ ਵੀ ਬਹੁਤ ਅੰਡਰ ਰਿਪੋਰਟਡ ਨੇ। ਬਿਲਕੁਲ, ਕਿਉਂਕਿ ਸਾਡੇ ਇਹਨਾਂ ਮੁਲਕਾਂ ਵਿੱਚ ਸਮਾਜਿਕ ਸ਼ਰਮ ਜਿਹੜੀ ਅਜੇ ਵੀ ਹੈ, ਜਿੱਥੇ ਘਰਾਂ ਵਿੱਚ ਨਿੱਕੀਆਂ ਬਾਲੜੀਆਂ ਦੀ ਜਿੱਥੇ ਉਹਨਾਂ ਦੇ ਬਲਾਤਕਾਰ ਹੋ ਰਹੇ ਨੇ, ਉਹਨੂੰ ਤਾਂ ਗੱਲਾਂ ਘਰਾਂ ਵਿੱਚੋਂ ਨਿਕਲਦੀਆਂ ਹੀ ਨਹੀਂ, ਕਿਉਂਕਿ ਕੰਪਲੇਨੈਂਟ ਸਿਰਫ ਮਾਂ ਜੇ, ਬੱਚੀ ਨੇ ਆਪ ਅੱਗੇ ਨਹੀਂ ਆਉਣਾ, ਪਿਤਾ ਕਰਨ ਵਾਲਾ ਹੁੰਦਾ ਜੇ, ਮਾਵਾਂ ਅੱਗੇ ਆਉਂਦੀਆਂ ਹੀ ਨਹੀਂ। ਸੋ ਉਹ ਤਾਂ 37% ਤਾਂ ਸਿੱਧੇ ਉਹ ਜਿਹੜੇ ਆਨ ਰਿਪੋਰਟ ਹੀ ਨਹੀਂ ਹੋ ਰਹੇ ਨਿਕਲ ਜਾਂਦੇ ਨੇ। ਸਾਡੇ ਕੋਲ ਵੀ ਬਕਾਇਦਾ ਜਦੋਂ ਪਹੁੰਚਦੇ ਨੇ ਇਹੋ ਜਿਹੇ ਬੱਚੇ ਹਸਪੀਟਲ ਦੇ ਵਿੱਚ ਵੀ, ਤਾਂ ਉਹ ਬੜੀ ਵਾਰ ਸਾਡੇ ਕੋਲ ਕੇਸਿਸ ਆਉਂਦੇ ਨੇ, ਅਲਟਰਾਸਾਊਂਡ ਰਾਹੀਂ ਜਾਂ ਐਕਸਰੇ ਰਾਹੀਂ ਪਤਾ ਲੱਗਦਾ ਪੈਨਸਲ ਦਾ ਟੋਟਾ, ਬ੍ਰਸ਼ ਦਾ ਟੋਟਾ ਤੇ ਪਿਤਾ ਨੇ ਵਾੜਿਆ ਹੁੰਦਾ ਅੰਦਰ। ਇਹ ਕੇਸਿਸ ਸਾਡੇ ਕੋਲ ਬਹੁਤ ਆਮ ਆ ਚੁੱਕੇ ਨੇ, ਜਿਨ੍ਹਾਂ 'ਚ ਈਵਨ ਇਹੋ ਜਿਹਾ ਕੇਸ ਸ਼ਾਇਦ ਜੇ ਕੋਈ ਭੁੱਲ ਨਾ ਗਿਆ ਹੋਏ ਤਾਂ ਇੱਕ DSP ਰਿਟਾਇਰਡ ਸਨ ਜਿਨ੍ਹਾਂ ਨੇ ਆਪਣੇ ਦੋਨੋਂ ਪੋਤਿਆਂ ਨਾਲ ਬਦਫੈਲੀ ਕੀਤੀ ਸੀ, ਬੜੀ ਮੇਜਰ ਨਿਊਜ਼ ਬਣ ਕੇ ਉਹ ਵੀ 2016 'ਚ ਆਈ ਸੀ ਇੱਥੇ ਸਾਰੇ। ਸੋ ਮੈਂ ਇਹ ਜ਼ਿਕਰ ਕੱਲਾ 2016 ਦਾ ਕੀਤਾ। ਮੈਂ ਪੰਜਾਬ ਦੇ ਫਿਗਰ ਜਾਣ ਕੇ ਅਜੇ ਰੋਕੇ ਨੇ, ਬਾਅਦ 'ਚ ਦੱਸਦੀ ਹਾਂ। 2017 ਵਿੱਚ ਜੋ ਅਸੀਂ ਵਾਧਾ ਕੀਤਾ ਇਹਦੇ ਵਿੱਚ ਉਹ ਕੀਤਾ ਕਿ 90 ਤੋਂ ਲੈ ਕੇ 110 ਕੇਸ ਪਰ ਡੇ ਕਰਨੇ ਸ਼ੁਰੂ ਕਰ ਦਿੱਤੇ। ਉਹਦੇ ਵਿੱਚ ਜਦੋਂ 2017 ਦੀਆਂ ਸਾਡੀਆਂ ਇੰਡੀਅਨ ਗਵਰਨਮੈਂਟ ਦੀਆਂ ਫਿਗਰਸ ਨੇ ਕਿ ਸਿਰਫ 18,300 ਕੇਸ ਹੁਣ ਤੱਕ ਜਿਹੜੇ ਨੇ ਜਿਨ੍ਹਾਂ ਦੇ ਫੈਸਲੇ ਸੁਣਾਏ ਜਾ ਸਕੇ।
1,27,800 ਕੇਸ ਅਜੇ ਪੈਂਡਿੰਗ ਨੇ। ਇਹ 2017 ਦੀ ਗੱਲ ਸੀ ਜੀ। ਤਾਂ ਜੀ ਜਿਹੜੀ ਮੈਂ ਹੁਣ ਜ਼ਿਕਰ ਕਰਨ ਲੱਗੀ ਆ 2020 ਦੀ, ਤੁਸੀਂ ਅੰਦਾਜ਼ਾ ਲਾਇਓ ਜ਼ਰਾ ਜੀ। 4,15,786 ਕੇਸ ਪੈਂਡਿੰਗ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਹਾਲ ਅਸੀਂ ਕੀਤਾ ਹੋਇਆ। ਫਿਰ ਉਸ ਤੋਂ ਉੱਪਰ ਸਾਡਾ ਸਮਾਜ ਜੇ ਕਹਿੰਦਾ ਕੋਈ ਬਦਲਾਅ ਆਇਆ, ਜੇ ਕਿਸੇ ਵੀਰ ਭੈਣ ਦੀ ਜੋ ਸੁਣ ਰਿਹਾ ਉਹਨੂੰ ਲੱਗਦਾ ਹੈ ਕਿ ਜੀ ਔਰਤਾਂ ਤਸ਼ੱਦਦ ਕਰਦੀਆਂ ਨੇ ਜਾਂ ਉਹਨਾਂ ਨੂੰ ਲੱਗਦਾ ਹੈ ਵੀ ਜੀ ਕੇਸਿਸ ਕਿਤੇ ਵਧਾਏ ਹੋਏ ਨੇ, ਤਾਂ ਮੇਰੇ ਨਹੀਂ ਨੇ, ਇੰਡੀਅਨ ਗਵਰਨਮੈਂਟ ਦੇ ਫਿਗਰਸ ਦਿੱਤੇ ਹੋਏ ਨੇ, ਮੈਂ ਤਾਂ ਦੱਸਦੀ ਹਾਂ। ਤੇ ਜੇ ਅਜੇ ਵੀ ਕੋਈ ਹੈ ਜੀ ਔਰਤਾਂ ਹੀ ਔਰਤਾਂ ਤੇ ਜ਼ੁਲਮ ਕਰ ਰਹੀਆਂ ਨੇ, ਸਾਨੂੰ ਇਸ ਤੇ ਕੁਝ ਕਰਨ ਦੀ ਲੋੜ ਨਹੀਂ, ਤਾਂ ਮੈਂ ਦੱਸਦਾ ਇਕੱਲੇ ਰੇਪ ਕੇਸਿਸ ਨੇ, ਇਹਦੇ ਚ ਹੋਰ ਕੁਝ ਹੈ ਹੀ ਨਹੀਂ ਜਿਨ੍ਹਾਂ ਚ 100% ਸਿਰਫ ਬੰਦਿਆਂ ਨੇ ਕੀਤੇ ਹੋਏ ਨੇ। ਦੂਸਰੀ ਵੱਡੀ ਚੀਜ਼ ਜਿਨ੍ਹਾਂ ਨੂੰ ਇਹ ਸ਼ਾਇਦ ਸ਼ੱਕ ਹੋਵੇ ਕਿ ਅੱਜ ਦੇ ਦਿਨ ਔਰਤਾਂ ਇੱਕ ਬਿਹਤਰ ਸਟੇਟਸ ਦੇ ਉੱਤੇ ਨੇ ਤੇ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਹੈ, ਮੈਂ ਸਿਰਫ 2 ਸਵਾਲ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਵੀ ਅੱਜ ਦੇ ਦਿਨ ਕੌਣ ਮਾਈ ਲਾਲੇ ਕਹਿ ਸਕਦਾ ਛਾਤੀ ਤੇ ਹੱਥ ਰੱਖ ਕੇ ਕਿ ਹਾਂ ਜੀ ਮੇਰੀ ਇਕੱਲੀ ਧੀ ਨਾਬਾਲਗ ਧੀ ਰਾਤ 12 ਵਜੇ ਵਾਪਸ ਆ ਸਕਦੀ ਹੈ, ਮੈਨੂੰ ਫਿਕਰ ਹੋਏਗਾ ਹੀ ਨਹੀਂ। ਜੀ ਜੀ। ਦੂਜੀ ਚੀਜ਼, ਜੇ ਅਸੀਂ ਪੁਰਾਣੇ ਸਮੇਂ ਤੋਂ ਅੱਜ ਤੱਕ ਦੀ ਗੱਲ ਕਰਦੇ ਹਾਂ ਭਾਜੀ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬੁੱਧ ਕਿਸ ਤਰੀਕੇ ਆਪਣੇ ਘਰੋਂ ਨਿਕਲਿਆ ਸੀ, ਕਿਵੇਂ ਆਪਣੀ ਜਵਾਨ ਔਰਤ ਜਵਾਨ ਬੱਚਾ ਛੱਡ ਕੇ ਮਹਿਲ ਮਾੜੀਆਂ ਛੱਡ ਕੇ ਮੋਕਸ਼ ਪ੍ਰਾਪਤ ਕਰਨ ਨਿਕਲ ਗਿਆ ਸੀ। ਤਾਂ ਭਾਜੀ ਮੈਨੂੰ ਸਿਰਫ ਉਹਦੀ ਥਾਂ ਤੇ ਅੱਜ ਦੇ ਦਿਨ ਵੀ ਦੱਸ ਦਿਓ, ਉਦੋਂ ਦਾ ਵੀ ਸਮਾਂ ਲੈ ਲਓ ਤੇ ਅੱਜ ਦਾ। ਜੇ ਉਹਦੀ ਔਰਤ ਇਹ ਫੈਸਲਾ ਲੈਂਦੀ ਮੈਂ ਮੋਕਸ਼ ਲੈਣ ਜਾਣਾ ਤੇ ਉਹ ਇੰਨੇ ਸਾਲਾਂ ਬਾਅਦ ਮੁੜਦੀ ਤਾਂ ਸਮਾਜ ਨੇ ਕੀ ਕਹਿਣਾ ਸੀ ਉਦੋਂ ਜਾਂ ਅੱਜ ਦੇ ਦਿਨ? ਕੀ ਤਬਦੀਲੀ ਹੈ ਤੇ ਕੀ ਉਹਨੂੰ ਲਫ਼ਜ਼ ਕੀ ਲਾਂਛਨ ਉਹਦੇ ਤੇ ਲੱਗਣੇ ਸਨ? ਮੇਰਾ ਖਿਆਲ ਬੋਲਣ ਦੀ ਵੀ ਲੋੜ ਨਹੀਂ ਹੈ ਜੀ। ਤੇ ਜੇ ਅਸੀਂ ਕਰ ਰਹੇ ਹਾਂ ਕਿ ਅਸੀਂ ਗੱਲ ਵੀ ਔਰਤ ਦੇ ਉਧਾਰ ਦੀ, ਤਾਂ ਜੋ ਚੀਜ਼ ਮੈਂ ਹੁਣ ਤੁਹਾਨੂੰ ਉਸ ਤੋਂ ਵੀ ਪੁਰਾਣਾ ਲੈ ਚਲਦੀ ਹਾਂ ਵੀ ਭਗਵਾਨ ਰਾਮ ਦੀ ਗੱਲ ਕਰੀਏ ਕਿ ਸੀਤਾ ਚੁੱਕੀ ਗਈ ਤਾਂ ਇੱਕ ਧੋਬੀ ਦੇ ਕਹੇ ਤੇ ਅਗਨ ਪ੍ਰੀਖਿਆ ਉਹਨੂੰ ਦੇਣੀ ਪਈ ਉਹਨਾਂ ਸਮਿਆਂ 'ਚ। ਮੈਨੂੰ ਅੱਜ ਦੱਸ ਦਿਓ ਇੱਕ ਚੁੱਕੀ ਹੋਈ ਔਰਤ ਜੇ ਵਾਪਸ ਆਉਂਦੀ ਜੇ ਤਾਂ ਕੀ ਅਸੀਂ ਉਹਦੇ ਬਾਰੇ ਸ਼ਬਦ ਵਰਤਾਂਗੇ ਤੇ ਕਿਵੇਂ ਉਹ ਵਾਪਸ ਉਸ ਵਸੇਬਾ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਜੀ। ਜੇ ਧੱਕੇ ਨਾਲ ਵਸੇਬਾ ਹੋ ਵੀ ਜਾਵੇ ਤਾਂ ਫਿਰ ਸਾਰਾ ਉਮਰ ਹੀ ਉਹਨੂੰ ਜਿਹੜਾ ਹੈ ਉਹ ਆਪਣਾ ਕੀ ਕਹਿੰਦੇ ਸੁਣਨ ਨੂੰ ਮਿਲਦੀਆਂ ਨੇ। ਇਸੇ ਕਰਕੇ ਮੈਂ ਕਹਿ ਰਹੀ ਹਾਂ ਕਿ ਜਿਹੜੇ ਵੀ ਜਣੇ ਅੱਜ ਜਦੋਂ ਰੱਤੀ ਮਾਸਾ ਨਿਆਂ ਦੀ ਗੱਲ ਕਰਨੀ ਸ਼ੁਰੂ ਕਰੀਏ ਤਾਂ ਉਹ ਕਹਿ ਦਿੰਦੇ ਨੇ, ਇੰਨਾ ਕਹਿ ਕੇ ਪਾਸਾ ਵੱਟ ਲੈਂਦੇ ਨੇ, ਔਰਤ ਹੀ ਔਰਤ ਦੀ ਦੁਸ਼ਮਣ ਹੈ ਜੀ, ਕੁਝ ਕਰਨ ਦੀ ਲੋੜ ਨਹੀਂ। ਮੈਂ ਸਿਰਫ ਉਸ ਸ਼ਬਦ ਨੂੰ ਨਕਾਰਨ ਲਈ ਤੁਹਾਨੂੰ ਇਹ ਅੰਕੜੇ ਪੇਸ਼ ਕਰ ਰਹੀ ਹਾਂ। ਪਰ ਜੀ ਹੁਣ ਮੈਂ 3 ਕੇਸਾਂ ਦੀ ਜ਼ਿਕਰ ਕਰਾਂਗੀ ਜਿਹੜੇ ਸ਼ਾਇਦ ਕੁਝ ਹੋਰ ਅੱਖਾਂ ਖੋਲਣ ਕਿ ਅਸੀਂ ਕਿਸ ਹੱਦ ਤੱਕ ਨਿਵਾਣ ਦੀ ਹੱਦ ਕੀ ਖੁੱਲੀ ਹੈ। ਦੇਖੋ, ਇੱਕ ਹੁਸ਼ਿਆਰ ਬੱਚੀ ਸੀ ਬਹੁਤ ਜ਼ਿਆਦਾ, ਜੋ ਕਾਫੀ ਚੰਗੇ ਨੰਬਰ, ਮੈਂ ਨਾ ਜਾਣ ਬੁੱਝ ਕੇ ਜੀ ਥਾਂ ਦਾ ਨਾਂ ਨਹੀਂ ਲੈਣਾ ਚਾਹੁੰਦੀ ਤਾਂ ਕਿ ਉਹ ਬੱਚੀ ਸਾਹਮਣੇ ਨਾ ਇਸ ਤਰ੍ਹਾਂ ਆ ਸਕੇ ਤੇ ਕੋਰਟ ਵੱਲੋਂ ਵੀ ਸਾਨੂੰ ਹੁਕਮ ਨੇ ਕਿ ਬੱਚੀ ਦੇ ਇਸ ਤਰ੍ਹਾਂ ਦੀਆਂ ਬੱਚੀਆਂ ਦਾ ਸਾਹਮਣੇ ਨਹੀਂ ਆਉਣਾ ਚਾਹੀਦਾ। ਸੋ ਮੈਂ ਥਾਂ ਦਾ ਨਾਂ ਲਏ ਬਗੈਰ ਦੱਸਦੀ ਹਾਂ ਕਿ ਇੱਕ ਬੱਚੀ ਦਾ ਗੁਨਾਹ ਇੰਨਾ ਭਾਰੀ ਸੀ ਕਿ ਉਸ ਪਿੰਡ ਵਿੱਚ ਉਹ ਸਭ ਤੋਂ ਲਾਇਕ ਸੀ, ਟੌਪਰ ਉਹ ਰਹੀ ਤੇ ਉਹਦਾ ਬਲਾਤਕਾਰ ਸਮੂਹਕ ਕੀਤਾ ਗਿਆ ਨਸ਼ਾ ਪਿਆ ਕੇ, ਕਿਉਂਕਿ ਪਿੰਡ ਦੇ ਮੁੰਡਿਆਂ ਨੂੰ ਪਛਾੜ ਕੇ ਅੱਗੇ ਲੰਘੀ ਸੀ। ਯਾਨੀ ਇਹ ਗੁਨਾਹ ਕਿੰਨਾ ਭਾਰੀ ਹੈ। ਇਹ ਸਾਡੀ, ਮੈਂ ਮਾਨਸਿਕਤਾ ਦਰਸਾਉਣਾ ਚਾਹੁੰਦੀ ਹਾਂ ਕਿ ਇਹ ਸਾਡੇ ਇੱਕ ਕੇਸ ਸਿਰਫ ਦੱਸ ਰਹੀ ਹਾਂ। ਦੂਜਾ ਹੁਣ ਸੁਣੋ ਜ਼ਰਾ ਕਮਾਲ ਕਿ ਬੋਰਡਿੰਗ ਸਕੂਲ, ਮੇਰਾ ਖਿਆਲ ਇਹ ਤਾਂ ਬਹੁਤਿਆਂ ਨੂੰ ਚੇਤੇ ਆ ਜਾਣਾ ਕਿਉਂਕਿ ਸੰਨ 2018 ਦੀ ਗੱਲ ਜੇ, ਬੋਰਡਿੰਗ ਸਕੂਲ ਵਿੱਚ ਇੱਕ 10ਵੀਂ ਕਲਾਸ ਦੇ ਵਿੱਚ ਪੜ੍ਹਦੀ ਬੱਚੀ, ਖਿਮਾ ਕਰਿਓ 10 ਸਾਲ ਦੀ ਬੱਚੀ ਸੀ ਜੀ, ਜੋ ਕਿ ਬੋਰਡਿੰਗ ਸਕੂਲ ਦੇ ਵਿੱਚ ਸੀ ਜਿੱਥੇ ਉਹਦੇ ਵੱਡੀ ਕਲਾਸ ਦੇ ਇੱਕ ਯਾਨੀ ਜੋ 16 ਸਾਲ ਦੇ ਬੱਚੇ ਸਨ 9ਵੀਂ ਜਮਾਤ ਦੇ, 4 ਮੁੰਡਿਆਂ ਨੇ ਗੈਂਗ ਰੇਪ ਕੀਤਾ ਤੇ ਇੱਕ ਵਾਰ ਨਹੀਂ ਕਈ ਵਾਰ ਕੀਤਾ। ਤੇ ਜਦੋਂ ਪ੍ਰੈਗਨੈਂਟ ਹੋ ਗਈ ਹੋਸਟਲ ਵਿੱਚ ਤਾਂ ਸਕੂਲ ਵਾਲਿਆਂ ਨੇ ਆਪਣੀ ਪੱਧਰ ਤੇ ਹੀ ਉਹਨੂੰ ਜਬਰੀ ਅਬੋਰਸ਼ਨ ਕਰਾਉਣ ਲਈ ਮਜਬੂਰ ਕਰ ਦਿੱਤਾ ਤੇ ਸਜ਼ਾ ਮੁੰਡਿਆਂ ਨੂੰ ਸਿਰਫ ਇਹ ਸੀ ਕਿ ਉਹਨਾਂ ਨੂੰ ਬਦਲ ਕੇ ਉਸੇ ਹੀ ਸਕੂਲ ਦੇ ਇੱਕ ਸੈਕੰਡ ਪਾਰਟ ਦੇ ਵਿੱਚ ਪਾ ਦਿੱਤਾ ਗਿਆ। ਯਾਨੀ ਇਹ ਸਾਡੀ ਮਾਨਸਿਕਤਾ ਹੈ। ਨਾਮ ਨਾ ਖਰਾਬ ਹੋ ਜਾਏ, ਪਰ ਸਾਡੀ 10 ਵਰਿਆਂ ਦੀ ਬਾਲੜੀ ਜੇ 16 ਵਰਿਆਂ ਦਾ ਬੱਚਾ ਬਲਾਤਕਾਰ ਕਰ ਦਿੰਦਾ, ਉਹ ਵੀ ਸਮੂਹਕ, ਤਾਂ ਉਹਨੂੰ ਅਸੀਂ ਜਾਇਜ਼ ਠਹਿਰਾ ਰਹੇ ਹਾਂ। ਹੁਣ ਤੁਸੀਂ ਗੱਲ ਦੇਖੋ ਕਿ ਇੱਕ ਜਿਹੜੀ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ, ਹੁਣ ਇਹ ਵੀ ਸੰਨ 2018 ਦੀ ਸੀ, 4 ਸਾਲ ਖਿਮਾ ਕਰਿਓ 8 ਸਾਲ ਦੀ ਬੱਚੀ ਸੀ। ਇਹ ਵੀ ਖਬਰ
ਯਾਨੀ ਇੱਕ ਪੂਰੇ ਦਿਨ ਦਿਖਾਈ ਜਾਂਦੀ ਰਹੀ ਸੀ ਟੀਵੀ 'ਚ, ਜੇ ਕਿਸੇ ਨੂੰ ਯਾਦ ਹੋਏ ਤਾਂ 4 ਨਾਬਾਲਿਗ ਮੁੰਡਿਆਂ ਨੇ, ਯਾਨੀ ਉਹ 8 ਸਾਲਾਂ ਦੀ ਬੱਚੀ ਸੀ ਤੇ ਜਿਹੜੇ ਨਾਲ ਕਰਨ ਵਾਲੇ ਸਨ ਉਹ 12 ਤੋਂ 15 ਸਾਲ ਦੇ ਸਨ। ਉਹਨਾਂ ਨੇ ਸਮੂਹਕ ਬਲਾਤਕਾਰ ਉਹਦਾ ਕੀਤਾ, ਵੀਡੀਓ ਬਣਾਈ। ਤੁਸੀਂ ਅੰਦਾਜ਼ਾ ਲਾ ਲਓ ਅਸੀਂ ਕਿਸ ਹੱਦ ਤੱਕ ਗਿਰਾਵਟ ਨੂੰ ਲੈ ਆਏ ਆ ਵੀ ਉਹ ਕੇਸ ਦੇ ਵਿੱਚ ਉਹਨਾਂ ਨੂੰ ਹੁਣ ਅੱਜ ਛੱਡ ਦਿੱਤਾ ਗਿਆ ਹੋਇਆ ਮੁੰਡਿਆਂ ਨੂੰ। ਤੁਸੀਂ ਹੁਣ ਅੱਗੇ ਸੁਣ ਲਓ, ਇੱਕ 7 ਸਾਲਾਂ ਦੀ ਬੱਚੀ ਨੂੰ ਉਹਦੇ ਗਵਾਂਢੀ ਨੇ, ਥਾਂ ਵੀ ਦੱਸ ਦਿੰਨੀ ਆ, ਤਰਨਤਾਰਨ, ਜਿੱਥੇ 22 ਸਾਲਾਂ ਦਾ ਗਵਾਂਢੀ ਸੀ ਜਿਹਨੇ ਆਪ ਬਲਾਤਕਾਰ ਕੀਤਾ, ਫਿਰ ਆਪਣੀ ਇੱਕ ਹੋਰ ਸਾਥੀ ਨੂੰ ਬੁਲਾ ਕੇ ਵੀ ਉਹਦਾ ਕਰਾਇਆ। ਫਿਰ ਜਦੋਂ ਉਹਨਾਂ ਤੋਂ ਸੰਭਵ ਨਾ ਹੋਇਆ ਤਾਂ ਪਾਣੀ ਦੀ ਲੋਹੇ ਦੀ ਪਾਈਪ ਉਹਦੇ ਆਰ ਪਾਰ ਢਿੱਡੋਂ ਕੱਢ ਦਿੱਤੀ। ਲਹੂ ਆਨ ਹੋ ਕੇ ਉਹ ਬੱਚੀ ਪਹੁੰਚੀ, ICU 'ਚ ਰੈਫਰ ਹੋਈ, ਕਿਉਂਕਿ ਉਹਦਾ ਪਿਤਾ ਦੀ ਮੌਤ ਹੋ ਗਈ ਸੀ ਨਸ਼ੇ ਕਾਰਨ। ਕੱਲੀ ਮਾਂ ਸੀ ਜਿਹੜੀ ਕਮਾਊ ਸੀ ਤੇ ਉਹ ਲੋਕਾਂ ਦੇ ਘਰਾਂ 'ਚ ਕੰਮ ਕਰ ਰਹੀ। ਪੈਸੇ ਨਾ ਹੋਣ ਕਾਰਨ ਉਹ ਬੱਚੀ ਜ਼ਿਆਦਾ ਲਹੂ ਵਹਿਣ ਕਾਰਨ ਆਪਰੇਸ਼ਨ ਵੀ ਹੋਣੇ ਸੀ, ਉਹ ਬੱਚੀ ਸਿਰਫ ਇਲਾਜ ਖੁਦੋਂ ਮਰ ਗਈ ਕਿਉਂਕਿ ਗਰੀਬ ਮਾਂ ਦੀ ਧੀ ਸੀ। ਮੈਂ ਸਿਰਫ ਇਹ ਜ਼ਿਕਰ ਕੀਤੇ ਨੇ, ਜ਼ਿਆਦਾ ਨਹੀਂ, ਇਹ ਦਰਸਾਉਣ ਲਈ ਕਿ ਸਾਡੀ ਮਾਨਸਿਕਤਾ ਤਬਦੀਲ ਨਹੀਂ ਹੋਈ। ਮੈਂ ਕਿਸੇ ਹੋਰ ਵੀਰ ਭੈਣ ਦਾ ਫੋਨ ਆਵੇ, ਮੈਂ ਪਹਿਲਾਂ ਹੀ ਕਹਿ ਦਿੰਦੀ ਹਾਂ ਕਿ 2% ਉਹ ਵੀ ਨੇ ਔਰਤਾਂ ਜਿਹੜੀਆਂ ਦਾਜ ਖਾਤਰ ਝੂਠੇ ਕੇਸ ਬਣਾ ਰਹੀਆਂ ਨੇ, ਰੇਪ ਦੇ ਝੂਠੇ ਕੇਸ ਵੀ ਪਾ ਦਿੰਦੀਆਂ ਨੇ। ਉਹ ਕੇਸ 2% ਨੇ ਸਿਰਫ ਐਜ਼ ਪਰ ਵਰਲਡ ਹੈਲਥ ਆਰਗੇਨਾਈਜੇਸ਼ਨ। 2% ਮੈਂ ਨਖੇਦੀ ਕਰਦੀ ਹਾਂ। ਹੁਣ ਜਰਾ ਅੱਗੇ ਚੱਲੀਏ ਕਿ ਅਸੀਂ 98% ਨੂੰ ਸਜ਼ਾ ਨਹੀਂ ਦੇ ਸਕਦੇ, ਉਹ 2% ਕਰਕੇ। ਦੇ ਲਈ ਭਾਜੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਦੇਖੋ ਤੁਹਾਡੇ ਵਰਗੇ ਵੀਰ ਨੇ, ਬਹੁਤ ਸਾਰੇ ਸੁਹਿਰਦ ਸੱਜਣ ਨੇ ਜਿਨ੍ਹਾਂ ਦੇ ਸਦਕਾ ਅੱਜ ਔਰਤ ਜ਼ਾਤ ਅਜੇ ਵੀ ਜਿਉਂਦੀ ਜੇ, ਇਸ ਧਰਤੀ ਤੋਂ ਮੁੱਕ ਨਹੀਂ ਸਕੀ। ਗੱਲ ਇਹ ਹੈ ਕਿ ਔਰਤ ਜ਼ਾਤ ਦੇ ਹੱਕ ਵਿੱਚ ਹਮੇਸ਼ਾ ਕੋਈ ਸੁਹਿਰਦ ਮਰਦ ਵੱਲੋਂ, ਕਿਸੇ ਗੁਰੂ ਵੱਲੋਂ, ਯਾਨੀ ਹਮੇਸ਼ਾ ਆਵਾਜ਼ ਚੁੱਕੀ ਗਈ ਮਰਦ ਜ਼ਾਤ ਵੱਲੋਂ ਹੀ। ਅਸੀਂ ਗੱਲਾਂ ਕਰਦੇ ਹਾਂ ਹਮੇਸ਼ਾ ਕਿ ਔਰਤ ਜ਼ਾਤ ਨੂੰ ਤਗੜੀ ਕਰੀਏ, ਉਹਨੂੰ ਆਵਾਜ਼ ਚੁੱਕਣ ਲਈ ਬਣਾਈਏ, ਸਰੀਰਕ ਪੱਖੋਂ ਤਗੜੇ ਕਰੀਏ, ਮਾਨਸਿਕ ਪੱਖੋਂ ਤਗੜੇ ਕਰੀਏ। ਪਰ ਭਾਜੀ ਸਾਡਾ ਸਮਾਜ, ਮੈਂ ਦੱਸਣਾ ਇਹ ਚਾਹਿਆ ਸੀ ਕਿ ਭਾਵੇਂ ਉਹ 10,000 ਸਾਲ ਪਹਿਲਾਂ ਸੀ ਜਾਂ ਅੱਜ ਸੀ, ਅਸੀਂ ਔਰਤ ਨੂੰ ਅਧੀਨਗੀ ਹੀ ਸਿਖਾਈ ਹੈ। ਹਾਲਤ ਇਹ ਹੈ ਕਿ ਕੋਈ ਔਰਤ ਅਗਾਂਹ ਕਿਤੇ ਨਿਕਲਦੀ ਹੈ ਤਾਂ ਸਾਡੇ ਸਮਾਜ ਦੇ ਵਿੱਚ ਲੋਕ ਹੀ ਉਹਦੇ ਘਰ ਵਾਲੇ ਨੂੰ ਹੀ ਕਹਿਣ ਲੱਗ ਜਾਂਦੇ ਨੇ, ਉਹ ਤੇਰੇ ਤੋਂ ਘਰ ਔਰਤ ਨਹੀਂ ਸੰਭਾਲੀ ਜਾਂਦੀ। ਬਿਲਕੁਲ ਇਸ ਕਦਰ ਦੀ ਅਸੀਂ ਮਾਨਸਿਕਤਾ ਜੇ ਕਿ ਜਿਹੜੀ ਰਬਰ ਸਟੈਂਪ ਬਣਾ ਕੇ ਰੱਖ ਦਿੰਦੇ ਹਾਂ, ਜਿੱਥੇ ਅਸੀਂ 50% ਵੀ ਔਰਤਾਂ ਅਗਾਂਹ ਆਉਣ ਦੀ ਜਿੱਥੇ ਗੱਲ ਕਰਦੇ ਹਾਂ, ਉਹਨਾਂ ਨੂੰ ਸਿਰਫ ਇੱਥੇ ਤੱਕ ਸੀਮਤ ਹੋ ਵੀ ਤੁਸੀਂ ਨਾਮ ਵਜੋਂ ਪਰ ਕੰਮ ਨਹੀਂ ਕਰਨਾ। ਸਾਡੀਆਂ ਬਹੁਤ ਸਾਰੀਆਂ ਬੱਚੀਆਂ ਅੱਜ ਅਗਾਂਹ ਆਉਣ ਨੂੰ ਫਿਰਦੀਆਂ ਨੇ, ਪਰ ਫਿਰ ਵੀ ਜਦੋਂ ਉਹ ਇੱਕ ਪੱਧਰ ਤੇ ਪਹੁੰਚਦੀਆਂ ਨੇ, ਸਾਡੀ ਉੱਥੇ ਫਿਰ ਮਾਨਸਿਕਤਾ ਉੱਥੇ ਹਾਵੀ ਹੋ ਜਾਂਦੀ ਜੇ ਵੀ ਤੂੰ ਘਰ ਵਸਾਉਣਾ, ਹੁਣ ਇਸ ਸਮੇਂ ਤੋਂ ਅੱਗੇ ਨਹੀਂ, ਹੁਣ ਤੂੰ ਵਿਆਹ ਕਰਨਾ, ਹੁਣ ਬੱਚੇ ਪਾਲਣੇ ਨੇ, ਪ੍ਰਾਇੋਰਟੀ ਤੇਰੇ ਘਰ ਵਾਲੇ ਦੀ ਨੌਕਰੀ ਦੀ ਹੈ। ਤੇ ਜੇ ਤੂੰ ਪ੍ਰਾਇੋਰਟੀ ਨਹੀਂ ਦਿੰਦੀ ਦਾ ਮਤਲਬ ਹੈ ਵੀ ਤੂੰ ਆਪ ਉਧਰੀ ਹੋ ਗਈ, ਇਹਦਾ ਮਤਲਬ ਹੈ ਤੂੰ ਵਸਣ ਵਾਲੀ ਨਹੀਂ। ਇਹ ਅਜੇ ਵੀ ਸਾਡੇ ਤੇ ਸੋਚ ਇਸੇ ਤਰ੍ਹਾਂ ਹੈ। ਮੈਂ ਤਬਦੀਲੀ ਸਿਰਫ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਜੇ ਤੱਕ ਮੁਲਕ ਦੇ ਬਾਹਰ ਵੇਖੀਏ, ਮੈਂ ਕਿਸੇ ਵੀ ਹਾਲ ਵਿੱਚ ਸਿਰਫ ਭਾਰਤ ਨੂੰ ਜਾਂ ਇਕੱਲੇ ਪੰਜਾਬ ਨੂੰ ਨਖਿੱਧ ਨਹੀਂ ਕਹਿ ਰਹੀ। ਸਾਡੇ ਕੋਲ ਅੰਕੜੇ ਨੇ ਜਿੱਥੇ ਅਮਰੀਕਾ ਦੇ ਵਿੱਚ ਵੀ 1.5 ਲੱਖ ਕੇਸ ਰਿਪੋਰਟ ਹੋਏ ਸਨ ਰੇਪ ਦੇ। ਸਾਡੇ ਕੋਲ ਅੰਕੜੇ ਕੈਨੇਡਾ ਦੇ ਵੀ ਇਹੋ ਬੋਲਦੇ ਨੇ, ਯੂਰਪ ਵਿੱਚ ਵੀ ਇਹੋ ਕੁਝ ਬੋਲਦੇ ਨੇ। ਯਾਨੀ ਇਹ ਸਾਰੇ ਅੰਕੜਿਆਂ ਤੋਂ ਬਾਅਦ ਬੀਜਿੰਗ ਡੈਕਲੇਰੇਸ਼ਨ ਜੋ ਕਿ ਯੂਨਾਈਟਿਡ ਨੇਸ਼ਨਸ ਦੀ ਸੀ, ਉਹਨੇ ਸਪਸ਼ਟ ਕਹਿ ਦਿੱਤਾ ਸੀ ਪੂਰੀ ਦੁਨੀਆ ਵਿੱਚ ਇੱਕ ਵੀ ਅਜਿਹਾ ਮੁਲਕ, ਇੱਕ ਵੀ ਅਜਿਹੀ ਥਾਂ ਨਹੀਂ ਜਿੱਥੇ ਅਸੀਂ ਕਹਿ ਸਕੀਏ ਔਰਤ ਸੁਰੱਖਿਅਤ ਹੈ। ਆਪਣੇ ਘਰ ਪਿਛਵਾੜੇ ਵਿੱਚ ਵੀ ਨਹੀਂ, ਮਾਂ ਦੀ ਕੁੱਖ ਵਿੱਚ ਵੀ ਨਹੀਂ। ਯਾਨੀ ਔਰਤ ਦਾ ਰੇਪ ਦੁਨੀਆ ਦੇ ਹਰ ਕੋਨੇ ਵਿੱਚ ਹੋ ਰਿਹਾ ਹੈ। ਤਾਂ ਫਿਰ ਗੱਲ ਇਹ ਹੈ ਕਿ ਸਾਡੇ ਕੋਲ ਹੁਣ ਤੱਥ ਨੇ ਜਿਨ੍ਹਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਤਾਂ ਗੱਲ ਉੱਠਦੀ ਹੈ ਕਿ ਅਸੀਂ ਫਿਰ ਕਰੀਏ ਕੀ। ਸਵਾਲ ਇਹ ਉੱਠਦਾ ਹੈ ਕਿ ਇਹ ਅੰਕੜਿਆਂ ਨੂੰ ਨਕਾਰਿਆ ਜਾ ਹੀ ਨਹੀਂ ਸਕਦਾ। ਸਿਰਫ ਉਹ ਕਹਿਣਗੇ ਜਿਹੜੇ ਕਹਿਣਗੇ ਬਿਲਕੁਲ ਅੰਕੜਿਆਂ ਨੂੰ ਤਾਂ ਡਾਕਟਰ ਸ਼ਿੰਦਰ ਕੌਰ ਭੈਣ ਜੀ ਬਿਲਕੁਲ ਨਕਾਰਿਆ ਨਹੀਂ ਜਾ ਸਕਦਾ। ਅੰਕੜੇ ਤਾਂ ਹੀ ਆਉਂਦੇ ਨੇ ਜਿਹੜੇ ਮਾਮਲੇ ਰਿਪੋਰਟ ਹੁੰਦੇ ਨੇ। ਉਸ ਤੋਂ ਬਾਅਦ ਤਾਂ ਹੁਣ ਗੱਲ ਇਹ ਹੋ ਗਈ ਕਿ ਚਲੋ ਥਾਣੇ ਮਾਮਲਾ ਨਹੀਂ ਗਿਆ, ਅੱਜ ਕੱਲ੍ਹ ਤਾਂ ਮੋਬਾਈਲ ਦੇ ਵਿੱਚ ਹਰ ਕਿਸੇ ਕੋਲੇ ਵੀਡੀਓ ਹੈ। ਇਹਦੇ ਨਾਲ ਵੀ ਬੜੇ ਅੰਕੜੇ ਜਿਹੜੇ ਸੋਸ਼ਲ ਮੀਡੀਆ ਤੇ ਗੈਰ ਜਿਹਨੂੰ ਆਪਾਂ ਕਹਿੰਦੇ ਆ ਵੀ ਰਜਿਸਟਰਡ ਅੰਕੜੇ ਵੀ ਸਾਹਮਣੇ ਆ ਰਹੇ ਨੇ। ਬਿਲਕੁਲ। ਤਾਂ ਹੁਣ ਆਪਾਂ ਗੱਲ ਕਰੀਏ ਕਿ ਅਸੀਂ ਇਹਨੂੰ ਰੋਕਣ ਲਈ ਅੱਜ ਦੇ ਦਿਨ ਸਨ 2020 ਦੀ ਗੱਲ ਕਰੀਏ, ਜੋ ਪਹਿਲਾਂ ਹੋਇਆ ਆਪਾਂ ਕੋਲ ਕੁਝ ਪੋਜ਼ਿਟਿਵਿਟੀ ਜੋ ਸਾਡੇ ਸਾਹਮਣੇ ਆਉਂਦੀ ਹੈ ਕਿ ਸਤੀ ਪ੍ਰਥਾ ਸੀ ਜਿਹੜੀ ਰੋਕੀ ਜਾ ਸਕੀ ਜੀ।
ਪਰ ਤੁਸੀਂ ਧਿਆਨ ਕਰਿਓ ਕਿ ਸਤੀ ਪ੍ਰਥਾ ਵਿੱਚ ਔਰਤਾਂ ਨੇ ਵਿਰੋਧ ਭਾਜੀ 18 ਸਾਲ ਕੀਤਾ ਸੀ ਜੀ, ਤੇ ਉਹਨਾਂ ਨੂੰ ਧੱਕੇ ਨਾਲ ਵਿੱਚ ਸੁੱਟਦੇ ਵੀ ਰਹੇ ਸਨ, ਪਰ ਫਿਰ ਵੀ ਇਹ ਸਤ ਪ੍ਰਥਾ ਹਟੀ ਨਹੀਂ ਸੀ। ਤਾਂ ਫਿਰ ਕੌਣ ਸੀ ਜਿਹਦੇ ਜ਼ੋਰ ਸਦਕਾ ਇਹ ਹਟੀ? ਯਾਨੀ ਉਦੋਂ ਵੀ ਆਪਾਂ ਵੇਖੀਏ ਤਾਂ ਮਰਦ ਜ਼ਾਤ ਵੱਲੋਂ ਹੀ ਵੱਡੀ ਪੱਧਰ ਤੇ ਆਵਾਜ਼ ਚੁੱਕੀ ਗਈ ਕਿ ਜ਼ੁਲਮ ਹੈ, ਅੱਤ ਦਾ ਜ਼ੁਲਮ ਹੈ, ਇਹਨੂੰ ਰੋਕਿਆ ਜਾਏ ਜੀ। ਸੋ ਇਹਦਾ ਮਤਲਬ ਇੱਕ ਤਾਂ ਕਾਰਨ ਸਪਸ਼ਟ ਹੋ ਗਿਆ ਕਿ ਸਾਨੂੰ ਜ਼ੋਰਦਾਰ ਆਵਾਜ਼ ਆਪਣੀ ਚੁੱਪੀ ਤੋੜ ਕੇ ਇਸ ਵੇਲੇ ਕੱਢਣੀ ਹੀ ਪੈਣੀ ਹੈ। ਜੋ 80% ਚੰਗੇ ਨੇ ਜਿਹੜੇ ਆਪਣੇ ਕੰਮਾਂ 'ਚ ਦਫਨ ਨੇ ਕਿ ਸਾਡੇ ਘਰ ਦੀਆਂ ਔਰਤਾਂ ਅਜੇ ਤੱਕ ਸੁਰੱਖਿਅਤ ਨੇ, ਤਾਂ ਉਹਨਾਂ ਦੇ ਸਿਰ ਕਰਜ਼ੇ ਆਪਣੀ ਮਾਂ ਦੇ ਕੁੱਖੋਂ ਜੰਮਣ ਦਾ ਕਿ ਉਹਦੀ ਜ਼ਾਤ ਲਈ ਮੈਂ ਆਵਾਜ਼ ਚੁੱਕਣੀ ਹੈ। ਸੋ ਪਹਿਲੀ ਤਾਂ ਚੀਜ਼ ਇਹ ਸਪਸ਼ਟ ਹੋ ਗਈ। ਦੂਜੀ, ਜੇ ਅਸੀਂ ਧਿਆਨ ਕਰੀਏ ਤਾਂ ਸਾਡੇ ਰੀਮੈਰਿਜਸ ਨਹੀਂ ਸਨ ਹੁੰਦੀਆਂ। ਵਿਧਵਾਵਾਂ ਦਾ ਜੋ ਹਾਲ ਸੀ ਉਹ ਅੱਜ ਦੇ ਦਿਨ ਵੀ ਭਾਜੀ ਜਿਸ ਦੇ ਸਿਰ ਤੇ ਪਤੀ ਨਾ ਹੋਵੇ, ਉਹ ਜੇ ਬੀਬੀ ਅਜੀਤ ਕੌਰ ਉਦੋਂ ਕਹਿੰਦੀ ਸੀ ਕਿ ਅੱਜ ਦੇ ਦਿਨ ਵੀ ਇਕੱਲੀ ਖੁਦਦਾਰ ਜੋ ਘਰੋਂ ਬਾਹਰ ਕੰਮ ਕਰਨ ਜਾਂਦੀ ਔਰਤ ਏ, ਇਸ ਹਿੰਦੁਸਤਾਨ ਦੇਵਤਿਆਂ ਦੇ ਮੁਲਕ ਵਿੱਚ ਗੁਨਾਹ ਏ, ਗੁਨਾਹ ਏ, ਗੁਨਾਹ ਏ। ਪਰ ਮੈਂ ਉਹਦੇ ਨਾਲ ਅੱਜ ਦੇ ਦਿਨ ਵੀ ਸਹਿਮਤ ਹਾਂ ਕਿ ਜੇ ਇਕੱਲੀ ਕੋਈ ਵਿਧਵਾ ਔਰਤ ਜੇ ਆਪਣੇ ਪੱਧਰ ਤੇ ਆਪਣੇ ਬਲਬੂਤੇ ਤੇ ਕਮਾਉਂਦੀ, ਆਪਣੇ ਹੱਕ ਦੀ ਖਾਂਦੀ ਹੈ, ਭਾਜੀ ਮਾਫ ਕਰਿਓ ਗਿਰਜਾਂ ਉਹਦੇ ਵੱਲ ਝਾਕਦੀਆਂ ਨੇ। ਮੈਂ ਪਰਸੋਂ ਆਪਣੇ ਰੇਡੀਓ ਤੇ ਗੁਰਜੀਤ ਨੇ ਇਹੋ ਜਿਹੀ ਕਹਾਣੀ ਪੜ੍ਹੀ ਸੀ। ਉਹ ਕਹਿੰਦੀ ਪਤਾ ਨਹੀਂ, ਕਹਿੰਦੀ ਜਿਵੇਂ ਸਿਆਲਾਂ ਦੇ ਵਿੱਚ ਰਜਾਈ 'ਚ ਠੰਡੀ ਹਵਾ ਵੜ ਜਾਂਦੀ ਹੈ, ਪਤਾ ਨਹੀਂ ਕਿਉਂ ਲੋਕ ਇਸ ਤਰ੍ਹਾਂ ਨਿਗਾਹ ਕਹਿੰਦੇ ਧੱਕੇ ਨਾਲ ਵਿਧਵਾ ਦੀ ਜ਼ਿੰਦਗੀ 'ਚ ਵੜਨ ਦੀ ਕੋਸ਼ਿਸ਼ ਕਰਦੇ ਨੇ। ਬਿਲਕੁਲ, ਉਹ ਸੋਚਦੇ ਨੇ ਇਹ ਵਿਕਾਊ ਹੈ, ਮਾਸ ਦਾ ਲੋਥੜਾ, ਇਹਨੂੰ ਜਦੋਂ ਮਰਜ਼ੀ ਖਾ ਲਿਆ ਜਾਵੇ। ਸੋ ਇਹਦਾ ਮਤਲਬ ਇਹ ਕਿ ਦੂਸਰੀ ਗੱਲ ਸਾਡੇ ਸਾਹਮਣੇ ਆਉਂਦੀ ਜੇ ਕਿ ਜਿੱਥੋਂ ਇਹ ਕਾਨੂੰਨ ਬਣਦੇ ਨੇ ਉਹ ਸਾਡੇ ਕੋਲ ਦੇ ਤੱਕ ਧਿਆਨ ਕਰਿਓ ਕਿ ਧਾਰਮਿਕ ਸੰਸਥਾਵਾਂ ਵੱਲੋਂ ਬਹੁਤ ਵੱਡੀ ਪੱਧਰ ਤੇ ਔਰਤ ਨੂੰ ਦੂਜੇ ਦਰਜੇ ਦਾ ਗਿਣਿਆ ਜਾਣ ਵਾਸਤੇ ਬਣਾਇਆ ਗਿਆ। ਸਾਡਾ ਆਪਾਂ ਆਪਣੇ ਸਿੱਖੀਜ਼ਮ 'ਚ ਹੀ ਲੈ ਲਈਏ ਤੇ ਇੱਥੇ ਵੀ ਜਿਹੜੀਆਂ ਸੰਸਥਾਵਾਂ ਨੇ ਉਹ ਬਰਾਬਰ ਦਾ ਨਹੀਂ ਕਰ ਰਹੀਆਂ, ਜਿੱਥੇ ਬਾਬੇ ਨਾਨਕ ਨੇ ਆਖਿਆ ਸੀ ਜੋ ਕਿ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਬਿਲਕੁਲ, ਭਾਵੇਂ ਉਹ ਮੈਂ ਹੁਣ ਖਿਮਾ ਕਰਿਓ ਮੈਂ ਕੋਈ ਧਰਮ ਇਸ ਤੋਂ ਵੱਖ ਨਹੀਂ ਮੰਨਦੀ, ਭਾਵੇਂ ਮੁਸਲਿਮ ਧਰਮ ਹੋਵੇ, ਇਸਲਾਮ ਯਾਨੀ ਧਰਮ ਹੋਵੇ, ਭਾਵੇਂ ਉਹ ਸਿੱਖ ਧਰਮ ਹੈ, ਹਿੰਦੂ ਧਰਮ ਹੈ ਜਾਂ ਈਸਾਈ ਧਰਮ ਹੈ, ਹਰ ਧਰਮ ਜੋ ਇਸ ਵੇਲੇ ਤੋੜਨ ਵਾਲੇ ਖਿਮਾ ਕਰਿਓ ਬੰਦੇ ਨੇ, ਰੱਬ ਨਹੀਂ ਬੈਠਾ। ਉਹ ਬੰਦੇ ਅੱਜ ਵੀ ਔਰਤ ਨੂੰ ਅਧੀਨਗੀ ਹੀ ਦਿੱਤੀ ਹੋਈ ਹੈ। ਅਜੇ ਵੀ ਔਰਤ ਨੂੰ ਇਹ ਖੁੱਲ ਨਹੀਂ ਕਿ ਉਹ ਪੋਪ ਬਣ ਸਕੇ ਜਾਂ ਔਰਤ ਇੱਕ ਮੰਦਿਰ ਦੀ ਇੰਚਾਰਜ ਬਣ ਜਾਵੇ ਜਾਂ ਗੁਰਦੁਆਰੇ ਦੇ ਵਿੱਚ ਉਹ ਇਸ ਵੇਲੇ ਅਸੀਂ ਕਹੀਏ ਜੀ SGPC ਦੇ ਵਿੱਚ ਉਹ ਲੀਡਰ ਇੱਕ ਔਰਤ ਬਣ ਸਕਦੀ ਹੈ। ਇਹੋ ਜਿਹਾ ਅਸੀਂ ਹਾਲ ਕਿਤੇ ਦੂਰ ਦੁਰੇਡੇ ਸੋਚਦੇ ਵੀ ਨਹੀਂ। ਤੇ ਉੱਥੋਂ ਹੀ ਕਾਨੂੰਨ ਪਾਸ ਹੁੰਦੇ ਨੇ ਕਿ ਮਾਹਵਾਰੀ ਸਦਕਾ ਇਹ ਔਰਤ ਬਗੈਰ ਤੇ ਗਿਰੀ ਹੋਈ ਇਹਦੇ ਤੇ ਯਾਨੀ ਨੁਕਸ ਕੱਢ ਸਕਦੇ ਆ ਕਿ ਤੂੰ ਰੱਬ ਦਾ ਨਾਂ ਲੈਣ ਜੋਗੀ ਵੀ ਨਹੀਂ। ਉਹ ਹੋਣਗੇ ਜਿਹੜੇ ਸੋਚਦੇ ਨੇ ਉਹਨਾਂ ਨੂੰ ਪੁੱਛੋ ਤੁਸੀਂ ਕਿਸ ਦੇ ਕੁੱਖੋਂ ਜੰਮੇ ਹੋ, ਤੇ ਉਸੇ ਐਕਸ ਕ੍ਰੋਮੋਸੋਮ ਤੁਹਾਡੇ ਅੰਦਰ ਏ, ਤਾਂ ਫਿਰ ਦੱਸੋ ਨਿਗਾਹ ਕਿਹਦੀ ਮਾੜੀ ਏ, ਸੋਚ ਕਿਹਦੀ ਮਾੜੀ ਏ, ਕੌਣ ਇਸ ਤਰੀਕੇ ਦੀਆਂ ਗੱਲਾਂ ਕਰ ਰਿਹਾ ਤੇ ਕਿਉਂ ਕਰ ਰਿਹਾ? ਸਿਰਫ ਆਪਣੀ ਗੱਦੀ ਵਾਸਤੇ ਤੁਸੀਂ ਆਪਣੀ ਮਾਂ ਨੂੰ ਹੀ ਨੀਵਾਂ ਦਿਖਾ ਰਹੇ ਹੋ, ਉਹਨੂੰ ਵੀ ਨੀਵਾਂ ਦਿਖਾ ਰਹੇ ਹੋ। ਸੋ ਸਭ ਤੋਂ ਪਹਿਲੀ ਤੇ ਜ਼ਰੂਰੀ ਚੀਜ਼ ਜੇ ਉਸ ਥਾਂ ਤੇ ਔਰਤ ਦਾ ਪਹੁੰਚਣਾ ਜਿੱਥੋਂ ਧਾਰਮਿਕ ਐਲਾਨ ਹੁੰਦੇ ਨੇ ਕਿ ਔਰਤ ਅਧੀਨਗੀ ਦੇ ਵਿੱਚ ਹੀ ਰਹੇਗੀ ਤੇ ਇਹ ਮੰਦਿਰਾਂ ਵਿੱਚ ਵੀ ਰੇਪ ਹੋਏਗਾ, ਮੰਦਿਰਾਂ 'ਚ ਵੜਨ ਨਹੀਂ ਦਿੱਤਾ ਜਾਏਗਾ, ਇਹਨਾਂ ਨੂੰ ਇੱਕ ਟੂਲ ਦੇ ਤੌਰ ਤੇ ਹੀ ਵਰਤਿਆ ਜਾਏਗਾ। ਭਾਜੀ ਜ਼ਰਾ ਉਹਨਾਂ ਨੂੰ ਕੋਈ ਸਵਾਲ ਪੁੱਛਣ ਵਾਲਾ ਹੋਏ ਕਿ ਮੰਦਿਰਾਂ ਵਿੱਚ ਵੜ ਤਾਂ ਨਹੀਂ ਸਕਦੀਆਂ ਪਰ ਮੰਦਿਰਾਂ 'ਚ ਅਸੀਂ ਸਮੂਹਕ ਬਲਾਤਕਾਰ ਕਰ ਸਕਦੇ ਹਾਂ, ਲਾਨਤ ਨਹੀਂ ਹੈ ਇਹ ਗੱਲ ਤਾਂ ਹੋਰ ਕੀ ਹੈ? ਦੱਸੋ, ਯਾਨੀ ਉਹਦੇ ਅੰਦਰ ਰੱਬ ਤਾਂ ਵਸਦਾ ਹੀ ਨਹੀਂ ਨਾ। ਇਹ ਤਾਂ ਅਸੀਂ ਅਡੰਬਰ ਤਿਆਰ ਕੀਤਾ ਹੋਇਆ ਵੀ ਉੱਥੇ ਬਲਾਤਕਾਰ ਕਰਨ ਵੇਲੇ ਜੇ ਉਹ ਰੱਬ ਉੱਥੇ ਸੀ ਤਾਂ ਕਿਉਂ ਨਹੀਂ ਪਹੁੰਚਦਾ? ਤਾਂ ਫਿਰ ਇਹਦਾ ਮਤਲਬ ਇਹ ਦੂਜੀ ਵੱਡੀ ਗੱਲ ਕਿ ਜਦ ਤੱਕ ਅਸੀਂ ਔਰਤ ਨੂੰ ਇਸ ਧਾਰਮਿਕ ਸਥਾਨਾਂ ਤੇ ਜਿਵੇਂ ਉਦੋਂ ਮੰਜੀਆਂ ਤੇ ਥਾਪ ਦਿੱਤਾ ਗਿਆ ਸੀਗਾ ਗੁਰੂ ਸਾਹਿਬ ਵੱਲੋਂ, ਜਦ ਤੱਕ ਧਾਰਮਿਕ ਸਥਾਨਾਂ ਵਿੱਚ ਔਰਤ ਉੱਚ ਸਥਾਨ ਨਹੀਂ ਪਹੁੰਚਦੀ ਉਦੋਂ ਤੱਕ ਉਹਨੂੰ ਆਪਣੀ ਬਣਦੀ ਇੱਜ਼ਤ ਨਹੀਂ ਮਿਲਣ ਲੱਗੀ। ਤੀਸਰੀ ਚੀਜ਼ ਭਾਜੀ ਜੋ ਮੇਰਾ ਖਿਆਲ ਹੈ ਤੁਸੀਂ ਤਾਂ ਹੁਣ ਸਾਰਾ ਦਿਨ ਮੀਡੀਆ 'ਚ ਹੁੰਦੇ ਹੋ, ਦਾਨੇਵਾਲੀਆ ਵੀਰ ਤੁਸੀਂ ਤਾਂ ਵੈਸੇ ਪਹਿਲਾਂ ਸਲੂਟ ਕਰਦੇ ਆ ਕਿ ਇਹੋ ਜਿਹਾ ਗੰਭੀਰ ਮੁੱਦਾ ਬੜਾ ਵਿਰਲਾ ਜਿਗਰੇ ਵਾਲਾ ਕੋਈ ਅੱਜ ਕੱਲ ਮੀਡੀਆ ਦੇ ਵਿੱਚ ਕੋਈ ਉਜਾਗਰ ਹੀ ਕਰਨ ਤੋਂ ਡਰਦਾ। ਜੇ ਤੁਸੀਂ ਇਹੋ ਜਿਹੇ ਮੁੱਦੇ ਲੈ ਕੇ ਆਉਂਦੇ ਹੋ ਜੋ ਤੁਹਾਨੂੰ ਗੁਰੂ ਮਹਾਰਾਜ ਦੀ ਮਿਹਰ ਹੈ ਜੀ, ਜਿੰਨੀ ਦੇਰ ਉਹਨਾਂ ਦਾ ਬਖਸ਼ਿਸ਼ ਹੈ ਤੇ ਬਿਲਕੁਲ ਤੁਹਾਡੇ ਵਰਗੇ ਵੀਰਾਂ ਸਦਕਾ ਹੀ ਭੈਣਾਂ ਮਾਣ ਮਹਿਸੂਸ ਕਰਦੀਆਂ ਨੇ।
ਪਰ ਤੁਸੀਂ ਵੀ ਦੇਖੋ ਇਹ ਸਕੈਂਡਲ ਸੁਣਿਆ ਸੀ ਕਿ ਸਾਡੇ ਇੱਥੇ ਸੈਕਸ ਸਕੈਂਡਲ ਮੋਗੇ ਦਾ ਬੜਾ ਦੋ ਆ ਗਏ ਜੀ, ਅੱਗੜ ਪਿਛੜੋਂ ਪਿੱਛੇ ਜੇ ਵੀ ਆਇਆ, ਪੁਲਿਸ ਨਾਲ ਮਿਲ ਕੇ ਕਿਵੇਂ ਕੀਤਾ ਜਾਂਦਾ। ਸੋ ਸਾਡੇ ਪੋਲੀਟੀਸ਼ੀਅਨਸ ਕਿਸ ਤਰੀਕੇ ਇਨਵੋਲਵਡ ਨੇ, ਇਹਦੇ ਚ ਕੋਈ ਲੁਕਾ ਨਹੀਂ। ਦੂਜੀ ਇਹਨੂੰ ਮੈਂ ਸਬੂਤ ਪੇਸ਼ ਕਰਨਾ ਚਾਹੁੰਦੀ ਹਾਂ ਕਿ ਆਪਾਂ, ਮੇਰਾ ਖਿਆਲ ਹੈ ਸਭ ਨੂੰ ਪਤਾ ਅਸੈਂਬਲੀਆਂ ਚ ਪੌਰਨ ਮੂਵੀਜ਼ ਦੇਖਣ ਵਾਲੇ ਕੌਣ ਸਨ। ਦੱਸੋ। ਤੀਜੀ ਚੀਜ਼ ਮੇਰਾ ਖਿਆਲ ਸਬੂਤ ਸਾਡੇ ਕੋਲ ਸਾਹਮਣੇ, ਉਹਦੀਆਂ ਤਾਂ ਵੀਡੀਓਜ਼ ਆਊਟ ਹੋ ਗਈਆਂ ਕਿਸ ਤਰੀਕੇ ਉਹ ਅਸੈਂਬਲੀ ਚ ਬੈਠੇ, ਉਹਨਾਂ ਨੂੰ ਕੀ ਪਰਵਾਹ ਕਿ ਕਿਹੜੀ ਸੂਬਾ ਤੇ ਕੀ ਉਹਦੇ ਅੱਗੋਂ ਅਗਾਂਹ ਤੁਰਨਾ, ਉਹਨਾਂ ਨੂੰ ਮਤਲਬ ਉੱਥੇ ਤੱਕ ਸੀ। ਤੇ ਸਹਾਰਾ ਘਰਾਂ ਵਿੱਚ ਕੌਣ ਕੌਣ ਗਏ ਸਨ ਇਹ ਵੀ ਸਪਸ਼ਟ ਰੂਪ ਵਿੱਚ ਅਖਬਾਰਾਂ 'ਚ ਛਪ ਚੁੱਕਿਆ। ਟੌਪ ਦੇ IAS ਬਿਊਰੋਕਰੈਟਸ, ਜੋ ਟੌਪ ਦੇ IPS, ਸੀਨੀਅਰ ਗਵਰਨਮੈਂਟ ਆਫਿਸਰਸ, ਪੋਲੀਟੀਸ਼ੀਅਨਸ, ਇੱਥੋਂ ਤੱਕ ਕਿ ਬਾਹਰੋਂ ਆਏ ਜੋ ਉਹਨਾਂ ਦੇ ਦੋਸਤ ਮਿੱਤਰ, ਉਹਨਾਂ ਅੱਗੇ ਕਿਵੇਂ ਨੇਕਡ ਪਰੇਡ ਕੀਤੀਆਂ ਜਾਂਦੀਆਂ ਸਨ ਸਹਾਰਾ ਕਰਦੀਆਂ ਨਿੱਕੀਆਂ ਨਾਬਾਲਗ ਬਾਲੜੀਆਂ 5 ਸਾਲ ਦੀਆਂ 6 ਸਾਲ ਦੀਆਂ, ਜਿਨ੍ਹਾਂ ਦੇ ਗਰਭ ਠਹਿਰਨ ਤੇ ਉਹਨਾਂ ਦੇ ਢਿੱਡ 'ਚ ਠੁੱਡੇ ਮਾਰ ਮਾਰ ਕੇ ਗਰਭ ਡੇਗਿਆ ਜਾਂਦਾ ਸੀ। ਇਹ ਹਾਲ ਅਸੀਂ, ਸਾਡੀ ਅਸਲੀਅਤ ਇੰਨੀ ਕੁ ਕੋਝੀ ਏ। ਇਹਦਾ ਮਤਲਬ ਸਮਝੋ ਕਿ ਤੀਸਰੀ ਥਾਂ ਜਿੱਥੇ ਮੈਂ ਤੁਹਾਨੂੰ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਅਸੀਂ ਇਕੱਲੇ ਜੂਡੋ ਕਰਾਟੇ ਨਾਲ ਬੱਚੀਆਂ ਨੂੰ ਨਹੀਂ, ਇਹਨਾਂ ਬਘਿਆੜਾਂ ਦੇ ਅੱਗੇ ਉਹਨਾਂ ਨੂੰ ਦੇ ਕੇ ਬਚ ਸਕਦੀਆਂ ਨੇ। ਤੀਜੀ ਜ਼ਰੂਰੀ ਚੀਜ਼ ਹੈ ਆਪ ਕਾਨੂੰਨ ਦੀਆਂ ਘਾੜੀਆਂ ਬਣਨ। ਯਾਨੀ ਪੋਲੀਟੀਸ਼ੀਅਨਸ ਜਦੋਂ ਤੱਕ ਸਾਡੀ ਵੱਡੀ ਗਿਣਤੀ 'ਚ ਔਰਤਾਂ ਨਹੀਂ ਪਹੁੰਚਦੀਆਂ, ਜੋ ਸਾਡੇ ਅੱਗੇ ਹੈ ਭਾਜੀ, ਦੇਖੋ ਜਿਸ ਥਾਂ ਤੇ ਦੁਨੀਆ ਭਰ ਦੇ ਮੁਲਕਾਂ 'ਚ ਔਰਤਾਂ ਆਈਆਂ ਨੇ ਐਜ਼ ਪੋਲੀਟੀਸ਼ੀਅਨਸ, ਕ੍ਰਾਈਮ ਅਗੇਂਸਟ ਵੂਮਨ ਭਾਜੀ ਉਹਨਾਂ ਸਾਰੀਆਂ ਥਾਂ ਤੇ 35 ਤੋਂ 40% ਡਾਊਨ ਹੋਇਆ ਜੀ। ਸੋ ਇਹਦਾ ਮਤਲਬ ਇਹ ਕਿ ਸਾਡੇ ਪੋਲੀਟੀਕਲ ਲੀਡਰਸ ਦੇ ਵਿੱਚ ਸਾਡੀਆਂ ਔਰਤਾਂ ਵੱਡੀ ਗਿਣਤੀ ਅੱਗੇ ਆਉਣੀਆਂ ਚਾਹੀਦੀਆਂ ਨੇ। ਉਨੀ ਦੇਰ ਤਾਂ ਗੱਲ ਹੀ ਨਹੀਂ ਬਣਨੀ ਜੀ, ਜਿੰਨੀ ਦੇਰ ਦੇਖੋ ਇੱਕ ਬੜੀ ਸਿੰਪਲ ਜੀ ਗੱਲ ਹੈ, ਆਮ ਲੋਕ ਪੋਲਿਟਿਕਸ 'ਚ ਨਹੀਂ ਆਉਣਗੇ ਜਾਂ ਲੇਡੀਜ਼ ਪੋਲਿਟਿਕਸ 'ਚ ਨਹੀਂ ਆਉਣਗੀਆਂ, ਪਰ ਹੁਣ ਆਉਂਦੀਆਂ ਤਾਂ ਉਹੀ ਲੇਡੀਜ਼ ਨੇ ਪੋਲਿਟਿਕਸ 'ਚ ਜਿਨ੍ਹਾਂ ਦਾ ਬਹੁਤ ਵੱਡਾ ਰੁਤਬਾ ਪਹਿਲਾਂ ਹੀ ਨਜ਼ਦੀਕ ਨੇ ਤੇ ਪੋਲੀਟੀਕਲ ਪਾਰਟੀਆਂ ਤੋਂ ਹੈ। ਸੋ ਇਸ ਕਰਕੇ ਇੱਕ ਸਾਜ਼ਿਸ਼ ਦੇ ਤਹਿਤ ਆਮ ਲੋਕਾਂ ਨੂੰ ਤੇ ਔਰਤਾਂ ਨੂੰ ਲਾਂਭੇ ਕੀਤਾ ਗਿਆ। ਦੇਖੋ ਕਿਵੇਂ ਇੱਕ ਆਮ ਔਰਤ ਵੈਸਟ ਬੰਗਾਲ ਦੀ CM ਬਣੀ ਤੇ ਉਸ ਨੂੰ ਦੇਖ ਲਓ ਵੀ ਕਿਵੇਂ ਤੰਗ ਕੀਤਾ ਜਾ ਰਿਹਾ। ਬਿਲਕੁਲ ਭਾਜੀ, ਕਿਉਂਕਿ ਸਾਡੀ ਵੱਡੀ ਗਿਣਤੀ ਅੱਜ ਵੀ ਉੱਥੇ ਕਿਉਂਕਿ ਮੇਲ ਓਰੀਐਂਟਡ ਹੋਈ ਹੈ ਸਾਡੀ ਪੋਲਿਟਿਕਸ। ਇਹਦਾ ਮਤਲਬ ਹੈ ਜਿਹੜੀ ਵੀ ਔਰਤ ਪੈਰਵੀ ਧਰਦੀ ਹੈ, ਮਿਸਾਲ ਵਜੋਂ ਮੈਂ ਜਸਪਾਲ ਭੱਟੀ ਜੀ ਦੀ ਵਾਈਫ ਦੀ ਗੱਲ ਕਰਦੀ ਹਾਂ, ਜਿਹੜੀ ਸਿਰਫ ਇੱਕ ਹਫ਼ਤੇ ਵਿੱਚ ਵਾਪਸ ਥਿੜਕ ਗਈ ਸੀ ਕਿਉਂਕਿ ਕੁਝ ਰਿਮਾਰਕਸ ਉਹਦੇ ਲਈ ਉਹੀ ਬੰਦਿਆਂ ਵੱਲੋਂ ਸ਼ੁਰੂ ਹੋ ਗਏ ਸਨ ਜਿਹੜੇ ਉਹਨੂੰ ਪਹਿਲਾਂ ਭੈਣ ਕਹਿ ਕੇ ਸੱਦਦੇ ਸਨ। ਉਹੀ ਉਹਦੇ ਕਰੈਕਟਰ ਦੇ ਉੱਤੇ ਕਰੈਕਟਰ ਅਸੈਸੀਨੇਸ਼ਨ ਸਾਡੀ ਸ਼ੁਰੂ ਹੋ ਜਾਂਦੀ ਜੇ 1 ਮਿੰਟ ਦੇ ਵਿੱਚ। ਪਰ ਗੱਲ ਸਿਰਫ ਇਹ ਜੇ ਮੈਂ ਅੱਜ ਭਾਜੀ ਤੁਹਾਡੇ ਰਾਹੀਂ ਪੁੱਛਣੇ ਚਾਹੁੰਦੀ ਹਾਂ ਕਿ ਤੁਹਾਡੇ ਵਰਗੇ ਵੀਰ ਸੁੱਤੇ ਕਿਉਂ ਨੇ? ਜਦੋਂ ਇਹੋ ਜਿਹਾ ਕਿਸੇ ਵੀ ਔਰਤ ਦਾ ਕਰੈਕਟਰ ਅਸੈਸੀਨੇਸ਼ਨ ਹੁੰਦਾ ਜੇ ਤਾਂ ਉਹ ਕਿਉਂ ਵੱਡੀ ਗਿਣਤੀ 'ਚ ਖੁੱਲ ਕੇ ਬਗਾਵਤ ਨਹੀਂ ਕਰਦੇ ਕਿ ਸਾਡੀ ਹੀ ਵੱਡੀ ਭੈਣ ਹੈ, ਸਾਡੀ ਹੀ ਮਾਂ ਹੈ। ਬਿਲਕੁਲ ਕਹਿਣਾ ਪੈਂਦਾ ਜੀ। ਮੈਂ ਤਾਂ ਬੜੇ ਵਾਰੀ ਫੇਸਬੁੱਕ ਦੇ ਉੱਤੇ ਜਦੋਂ ਕੋਈ ਬੋਲਦਾ ਮੈਂ ਤਾਂ ਕਹਿ ਦਿੰਦਾ, ਫੇਸਬੁੱਕ ਤੇ ਕਮੈਂਟ ਵੀ ਕਰ ਦਿੰਦਾ। ਮੈਂ ਤਾਂ ਇਸ ਚੀਜ਼ ਤੇ ਮੈਨੂੰ ਕੋਈ ਗਰੇਜ਼ ਨਹੀਂ ਹੁੰਦਾ ਭਾਵੇਂ ਕੋਈ ਵੀ ਹੈ ਜੀ। ਬਿਲਕੁਲ, ਪਰ ਗੱਲ ਉਹੀ ਕਿ ਅਸੀਂ ਵੱਡੀ ਗਿਣਤੀ, ਤੁਸੀਂ ਜਿਵੇਂ ਬੋਲਦੇ ਹੋ ਤੁਹਾਡੇ ਵਰਗੇ ਹੋ ਸਕਦਾ ਗਿਣੇ ਚੁਣੇ 5 ਜਾਂ 10 ਬੋਲਦੇ ਹੋਣ, ਪਰ 80% ਤਾਂ ਭਾਜੀ ਬਹੁਤ ਵੱਡੀ ਹੈ। ਯਾਨੀ 20% ਜੇ ਅਸੀਂ ਗਿਣਦੇ ਅੱਜ ਦੇ ਦਿਨ ਕਿ ਇਹ ਲੋਕ ਨਹੀਂ ਜਿਹੜੇ ਜ਼ੁਲਮ ਕਰ ਰਹੇ ਨੇ, ਬਲਾਤਕਾਰ ਕਰ ਰਹੇ ਨੇ, ਮਾਰ ਕੁਟਾਈ ਕਰ ਰਹੇ ਨੇ, ਘਰੇਲੂ ਹਿੰਸਾ ਕਰ ਰਹੇ ਨੇ, ਤਾਂ ਭਾਜੀ 80% ਆਵਾਜ਼ ਤਾਂ ਕੱਢ ਹੀ ਸਕਦੇ ਨੇ। ਤੁਸੀਂ ਸੜਕਾਂ ਤੇ ਨਿਤਰਨਾ, ਨਿਕਲਣਾ ਨਹੀਂ। ਤੇ ਜੇ ਪੰਜਾਬੀਆਂ ਵਿੱਚ ਇੱਕ ਬੰਦਾ ਇਤਿਹਾਸ ਸਿਰਜਣ ਜੋਗਾ ਜੇ ਆਵਾਜ਼ ਸਭ ਤੋਂ ਵੱਡੀ ਔਰਤ ਦੇ ਹੱਕ ਵਿੱਚ ਪੰਜਾਬੀਆਂ ਵੱਲੋਂ ਚੁੱਕੀ ਗਈ, ਤਾਂ ਫਿਰ ਅਸੀਂ ਇਹ ਸਾਂਝਾ ਮੁੱਦਾ ਕਿਉਂ ਨਹੀਂ ਸਾਡਾ ਬਣਦਾ ਕਿ ਸਾਡੀ ਮਾਂ ਦੀ ਪੱਤ ਦੀ ਰਾਖੀ ਲਈ ਅਸੀਂ ਨਿਤਰੇ। ਸਾਡੀ ਯਾਨੀ ਮੈਨੂੰ ਦੱਸੋ ਪਹਿਲਾਂ ਕੋਈ ਇੱਕ ਮਰਦ ਭਾਜੀ ਸਾਰੀ ਦੁਨੀਆ ਵਿੱਚ ਇੱਕ ਮਰਦ ਦੱਸ ਦਿਓ ਜਿਹਦੀ ਜ਼ਿੰਦਗੀ ਵਿੱਚ ਕਦੇ ਕੋਈ ਔਰਤ ਨਾ ਆਈ ਹੋਵੇ। ਜੇ ਉਹਦੀ ਧੀ ਨਹੀਂ ਹੈ, ਭੈਣ ਨਹੀਂ ਹੈ, ਪਤਨੀ ਨਹੀਂ ਹੈ, ਪ੍ਰੇਮਿਕਾ ਨਹੀਂ ਹੈ, ਤਾਂ ਭਾਈ ਮਾਂ ਤਾਂ ਸੀ ਨਾ, ਤਾਂ ਹੀ ਜੰਮੇ। ਬਿਲਕੁਲ ਬਿਲਕੁਲ ਜੀ। ਪਰ ਜੇ ਹਰ ਮਰਦ ਦੀ ਜ਼ਿੰਦਗੀ ਵਿੱਚ ਇੱਕ ਔਰਤ ਸੀ ਤੇ ਉਹਦੀ ਹੋਂਦ ਸਦਕਾ ਹੀ ਉਹ ਪੈਦਾ ਹੋਇਆ, ਤਾਂ ਫਿਰ ਜਦੋਂ ਉਸੇ ਦੀ ਜ਼ਾਤ ਨਾਲ ਕਿਸੇ ਨਾਬਾਲਗ ਬੱਚੀ ਨਾਲ ਜ਼ੁਲਮ ਹੋਇਆ ਹੁੰਦਾ, ਤੁਸੀਂ ਕਿੰਤੂ ਪ੍ਰੰਤੂ ਕਰ ਸਕਦੇ ਹੋ ਕਿਸੇ ਵੱਡੀ ਤੇ ਕਿ ਸ਼ਾਇਦ ਇਹਦਾ ਗਲਤ ਹੋਵੇ ਇਲਜ਼ਾਮ। ਪਰ ਜਿੱਥੇ 4 ਵਰਿਆਂ ਦੀ ਬਾਲੜੀ ਸਮੂਹਕ ਬਲਾਤਕਾਰ ਦਾ ਤੇ ਪਾਣੀ ਦੀ ਪਾਈਪ ਵਾੜ ਪਾੜ ਕੇ ਜਿਹਨੂੰ ਛੱਡਿਆ ਹੋਵੇ, ਉਹਨੂੰ ਵੀ ਪਾੜਨ ਵਾਲੇ ਬਚ ਜਾਣ ਤੇ ਸਾਡੇ ਬੰਦੇ ਕਹਿਣ ਜੀ ਅਸੀਂ ਕੰਮ ਤੇ ਬਿਜ਼ੀ ਆ, ਸਾਨੂੰ ਵਕਤ ਨਹੀਂ ਇਹਦੇ ਲਈ ਆਵਾਜ਼ ਕੱਢਣ ਦਾ। ਯਾਨੀ ਰੋਹ ਉਜਾਗਰ ਤਾਂ ਕਰੀਏ ਸਾਡੇ ਮਨ ਅੰਦਰਲੀ ਜਿਹੜੀ ਸਾਡੇ ਅੰਦਰੂਨੀ ਅਣਖ ਗਈ ਕਿੱਥੇ। ਇਹ ਇੱਕ ਬਹੁਤ ਵੱਡੀ ਗੱਲ ਹੋ ਗਈ ਜੀ। ਅਸੀਂ ਸਭ ਤੋਂ ਵੱਡੀ ਗੱਲ ਹੈ ਜੇ ਵੇਲੇ ਕੋਲੇ ਕੋਈ ਧੀ ਧਿਆਣੀ ਕੰਮ ਤੋਂ ਵੀ ਜਾਂਦੀ ਹੈ ਨਾ, ਅਸੀਂ ਉਹਨੂੰ ਬਹੁਤ ਹੀ ਗਲਤ ਨਿਗਾਹ ਨਾਲ ਦੇਖਦੇ। ਮੈਂ ਇੱਕ
ਪੜ੍ਹ ਰਿਹਾ ਸੀ ਇੱਕ ਲੜਕੀਆਂ ਜਿਹੜੀਆਂ ਵਿਆਹ ਸ਼ਾਦੀਆਂ 'ਚ ਵਿਚਾਰੀਆਂ ਨੱਚ ਕੇ ਆਪਦਾ ਰੁਜ਼ਗਾਰ ਕਮਾਉਂਦੀਆਂ ਨੇ, ਉਹ ਕਹਿੰਦੀ ਕਿ ਮੈਂ ਜਦੋਂ ਹੇਠਾਂ ਸਟੇਜ 'ਤੇ ਉਤਰਦੀ ਹਾਂ, ਕਹਿੰਦੀ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਉਹਨਾਂ ਲੋਕਾਂ ਦੀਆਂ ਧੀਆਂ ਭੈਣਾਂ ਰਿਸ਼ਤੇਦਾਰ ਦੂਜੇ ਪਾਸੇ ਸਟੇਜ ਦੇ ਹੁੰਦੇ ਵਿਆਹ 'ਚ, ਤੇ ਸਾਨੂੰ ਪੁੱਛ ਰਹੇ ਹੁੰਦੇ ਕਿ ਰਾਤ ਦਾ ਕਿੰਨਾ ਲਏਂਗੇ। ਬਿਲਕੁਲ। ਐਂਡ ਉਹ ਵੀ ਮੈਂ ਤੁਹਾਨੂੰ ਕਮਾਲ ਦੀ ਗੱਲ ਦੱਸਾਂ ਜੀ, ਕਈ ਵਾਰ ਤਾਂ ਉਹ ਆਪਣੀ ਪੋਤਰੀ ਦੀ ਉਮਰ ਵਾਲੀ ਨਾਲ ਗੱਲ ਕਰਦੇ। ਮੈਂ ਉਹੀ ਦੱਸਦਾ ਨਾ ਜੀ, ਬਹੁਤ ਹੈਰਾਨੀ ਹੁੰਦੀ ਹੈ ਵੀ ਤੁਸੀਂ ਸੰਗ ਸ਼ਰਮ ਹੀ ਨਹੀਂ ਮੰਨਦੇ ਵੀ ਤੁਸੀਂ ਰਿਸ਼ਤੇਦਾਰਾਂ ਦੇ ਵਿੱਚ ਬੈਠੇ ਹੋ। ਤਾਂ ਮੈਂ ਕਹਿੰਦਾ ਨਾ ਕਿ ਕਿਰਦਾਰ ਜੇਕਰ ਬੰਦੇ ਦਾ ਦੇਖਣਾ ਤਾਂ ਇਹੋ ਜਿਹੇ ਵਿਆਹਾਂ ਜਾ ਕੇ ਦੇਖ ਆਵੇ। ਹਾਂਜੀ, ਦੇਖੋ ਇਹ ਕਿਰਦਾਰ ਉਸੇ ਪੌਦ ਚੋਂ ਅੱਗੇ ਨਿਕਲਿਆ ਜੇ। ਅੱਜ ਜੇ ਮੈਂ ਕਹਿੰਦੀ ਹਾਂ ਜੇ ਹਰੀ ਸਿੰਘ ਨਲੂਆ ਦੀ, ਜਿਵੇਂ ਅਸੀਂ ਕਹਿੰਦੇ ਹਾਂ ਕਿ ਸਾਡੀ ਜੇ ਅਣਖ ਮਰੀਏ, ਤਾਂ ਮੈਨੂੰ ਦੱਸੋ ਹਰੀ ਸਿੰਘ ਨਲੂਆ ਨੂੰ ਇੱਕ ਵਾਰ ਧਿਆਨ ਕਰਿਓ ਕਿ ਕਿਸ ਪੱਧਰ ਦਾ ਉਹਦਾ ਰੁਤਬਾ ਸੀ, ਕਿਸ ਪੱਧਰ ਦਾ ਉਹਦਾ ਡਰ ਸੀ, ਹਊਆ ਸੀ, ਜਿਹਨੇ ਦਰਾ ਖੈਬਰ ਦੇ ਵੇਲੇ ਵੀ ਆਖਰ ਦੇਖੋ, ਤੁਸੀਂ ਸੋਚ ਕੇ ਦੇਖੋ ਵੀ ਉਸ ਸਮੇਂ ਦੇ ਵਿੱਚ ਵੀ ਉਹਦੇ ਕੋਲ ਬੀਬੀ ਬਾਨੋ ਪਹੁੰਚੀ ਸੀ ਆਪਣੇ ਆਪ ਨੂੰ ਅਰਪਣ ਕਰਨ ਲਈ। ਉਹ ਆਪ ਆਈ ਸੀ ਵੀ ਮੈਂ ਮੇਰੇ ਨਾਲ ਨਿਕਾਹ ਕਰ ਲੈ, ਮੈਨੂੰ ਤੇਰੇ ਤੋਂ ਪੁੱਤਰ ਚਾਹੀਦਾ। ਕਿਰਦਾਰ ਉੱਥੋਂ ਝਲਕਦਾ ਕਿ ਉਹ ਬੰਦਾ ਦੇਖੋ ਉਹਦਾ ਆਪਣੀ ਅਣਖ ਤੇ ਕਿਹਾ ਕਿ ਵੀ ਮੈਂ ਦਸ਼ਮੇਸ਼ ਪਿਤਾ ਤੋਂ ਇਹ ਸੇਧ ਲਈ ਹੈ ਕਿ ਮੇਰੇ ਲਈ ਹਰ ਪਰਾਈ ਔਰਤ ਧੀ ਜਾਂ ਭੈਣ ਹੈ। ਤੇ ਤੀਸਰਾ ਰੁਤਬਾ ਜੋ ਸਾਨੂੰ ਸਮਝਾਇਆ ਗਿਆ ਮਾਂ ਦਾ, ਵੀ ਤੈਨੂੰ ਨਲੂਏ ਦਾ ਪੁੱਤਰ ਕੀ ਚਾਹੀਦਾ, ਤੈਨੂੰ ਨਲੂਆ ਹੀ ਬਤੌਰ ਪੁੱਤਰ ਪੇਸ਼ ਹੋ ਜਾਂਦਾ। ਤੇ ਉਹਨੂੰ ਮਾਂ ਦਾ ਰੁਤਬਾ ਦੇਣਾ ਇੱਕ ਹਵਸ ਦੀ ਮਾਰੀ ਔਰਤ ਨੂੰ, ਜਿਹੜੀ ਆਪ ਅਰਪਣ ਹੋਣ ਆਈ ਹੋਵੇ, ਇਹ ਕਿਰਦਾਰ ਸੀ ਭਾਜੀ ਸਰਦਾਰਾਂ ਦਾ। ਇਹ ਕਿਉਂ ਅਸੀਂ ਇਸ ਪੱਧਰ ਤੇ ਥੱਲੇ ਡਿੱਗ ਗਏ ਹਾਂ ਕਿ ਆਪਣੀਆਂ ਧੀਆਂ ਨੋਚਣ ਲੱਗ ਗਏ ਹਾਂ, ਅਸੀਂ ਆਪਣੀਆਂ ਯਾਨੀ ਆਂਢ ਗੁਆਂਢ ਦੀਆਂ ਔਰਤਾਂ ਦੇ ਬਾਰੇ ਇਹੋ ਜਿਹੇ ਸ਼ਬਦ ਵਰਤੀਏ, ਉਹ ਚੁੱਕ ਲੈ ਵਾਹਿਗੁਰੂ। ਭੈਣ ਜੀ ਮੈਂ ਬੜੀ ਹੈਰਾਨੀ ਦੀ ਗੱਲ ਤੁਹਾਨੂੰ ਦੱਸਦਾ ਕਿ ਦੇਖੋ ਇੱਕ ਲੜਕੀ ਵਿਚਾਰੀ ਸੁਨੀਤਾ ਯਾਦਵ ਜਿਹੜੀ ਅੱਜ ਸੋਸ਼ਲ ਮੀਡੀਆ ਦੇ ਉੱਤੇ ਸਭ ਤੋਂ ਵੱਧ ਸਰਚ ਹੋ ਰਹੀ ਹੈ, ਜਿਹਨੇ ਇੱਕ ਲੀਡਰ ਦੇ ਮੁੰਡੇ ਨੂੰ ਰਾਤ ਨੂੰ ਰੋਕ ਲਿਆ, ਉਹਨੂੰ ਜਬਰਨ ਜਿਹੜਾ ਹੈ ਸਿੱਕ ਲੀਵ ਦੇ ਉੱਤੇ ਭੇਜ ਦਿੱਤਾ ਗਿਆ। ਦੱਸੋ ਜੀ। ਇਹ ਵੀ ਜੀ ਇੱਕ ਕਾਲ ਲੈ ਲਈਏ ਫਿਰ ਅੱਗੇ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ, WhatsApp ਕਾਲ ਤੇ ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਧੰਨੀਗੜ੍ਹ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ ਅੰਕਲ ਕਲੇਰ ਸਾਹਿਬ। ਦੇਖੋ ਜੀ, ਦੁਨੀਆ ਨੂੰ ਪਤਾ ਨਹੀਂ ਕਦੋਂ ਸਮਝ ਆਊਗੀ ਜੇ ਸਾਡੀਆਂ ਮਾਵਾਂ ਭੈਣਾਂ ਜੇ ਅਪਵਿੱਤਰ ਆ ਤੇ ਅਸੀਂ ਪਵਿੱਤਰ ਕਿੱਥੋਂ ਜੰਮ ਪਏ। ਸਾਡੇ ਰੋਜ਼ ਤੋਏ ਹੁੰਦੀ ਆ, ਜਿਹੜੇ ਆਹ ਗੁਰਦੁਆਰਿਆਂ ਚ ਕਿੰਨੇ ਕੁ ਕਰਮ ਹੁੰਦੇ ਆ। ਸਾਡੀਆਂ ਧੀਆਂ ਭੈਣਾਂ ਨੂੰ ਕਮਾਂਡ ਦਿਓ, ਹੈ ਛਿੱਤਰ ਇੱਕ ਨੂੰ ਕੁਸਕਣ ਦੇਣ ਦਾ ਕਰ ਦਿਓ ਹੈ ਗੱਲ। ਇਹਨਾਂ ਨੂੰ ਇਹ ਕਹਿੰਦੇ ਅਸੀਂ ਕੀਰਤਨ ਨਹੀਂ ਕਰਦੇ ਨਾ। ਹਾਂ, ਜਦੋਂ ਬਾਬੇ ਨਾਨਕ ਨੇ ਕਹਿਤਾ ਵੀ ਕਿਤ ਹੁਕਮ ਦਾ ਆਖੀਏ ਕਿਤ ਜੰਮੇ ਰਾਜਾਨ, ਤੇ ਹੋਰ ਇੱਥੋਂ ਪਿੱਛੇ ਕੀ ਰਹਿ ਗਿਆ। ਜੀ ਜੀ ਜੀ। ਹਾਂਜੀ, ਆ ਸਾਡੀ ਇੱਕ ਬੱਚੀ ਆਪਣਾ ਅਫਸਰ ਪਤਾ ਨਹੀਂ BSF ਚ ਕਿੱਥੇ ਆ, ਤੇ ਉਹਦੀ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋਈ ਆ ਕਿ ਵੇਖੋ ਕੀ ਦੁੱਖ ਦੱਸਦੀ ਹੈ। ਇੱਕ ਸਿਪਾਹੀ ਦੇ ਉਹਨੂੰ ਆਪਣਾ ਕੀ ਆਤਾ, ਉਹ ਮੇਜਰ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਖਾਲਸਾ ਜੀ ਜੀ, ਖਾਲਸਾ ਜੀ ਦੀ ਵੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ ਖਾਲਸਾ ਜੀ। ਖਾਲਸਾ ਜੀ ਬੋਲੋ ਜੀ, ਆਵਾਜ਼ ਤੁਹਾਡੀ। ਚਲੋ ਹਾਂਜੀ ਭੈਣ ਜੀ ਅੱਗੇ ਚੱਲਦੇ, ਕਿਉਂਕਿ ਖਾਲਸਾ ਜੀ ਦਾ ਮੈਨੂੰ ਲੱਗਦਾ ਉੱਧਰ ਰੇਡੀਓ ਔਨ ਸੀ, ਉਹਨਾਂ ਨੂੰ ਆਵਾਜ਼ ਨਹੀਂ ਸੁਣੀ। ਜੀ ਬਿਲਕੁਲ। ਦੇਖੋ ਇੱਕ ਖਬਰ ਮੈਂ ਦੁਬਾਰਾ ਜ਼ਿਕਰ ਕਰਨਾ ਜਿਹਦਾ ਮੈਂ ਕੀਤਾ ਨਹੀਂ ਸੀ, ਉਹ ਜ਼ਿਕਰ ਲੁਧਿਆਣੇ ਦਾ ਸੀ। ਮੈਂ ਸਨ ਨਹੀਂ ਦੱਸਦੀ, ਏਰੀਆ ਨਹੀਂ ਦੱਸਦੀ, ਪਰ ਇਸ ਕਰਕੇ ਉਹਦਾ ਜ਼ਿਕਰ ਕਰਨਾ ਜ਼ਰੂਰੀ ਸਮਝਿਆ ਕਿ ਕਿਵੇਂ ਅਣਖ ਸਾਡੀ ਮਰੀ ਹੈ। ਕਿ ਉਸ ਬੱਚੀ ਦਾ ਜੋ ਅਖਬਾਰ ਵਿੱਚ ਖਬਰ ਇੱਕ ਕਾਲਮ ਦੀ ਸਿਰਫ ਲੱਗੀ ਸੀ ਕਿ ਹੱਥ ਪੈਰ ਬੰਨੇ ਸਨ, ਨਿਰਵਸਤਰ ਸੀ, ਬੁੱਢੇ ਨਾਲੇ ਚ ਸੁੱਟੀ ਪਈ ਸੀ, ਤੇ 17 ਚਾਕੂ ਵੱਜੇ ਹੋਏ ਸਨ। 17 ਭਾਜੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਪੋਸਟਮਾਰਟਮ ਰਿਪੋਰਟ ਵਿੱਚ ਲੱਭਿਆ ਸੀ ਕਿ ਉਹਦੇ ਮੂੰਹ ਅੰਦਰ ਤੇਜ਼ਾਬ ਵੀ ਪਾਇਆ ਗਿਆ ਸੀ, ਉਹਦੇ ਅੰਦਰ 6 ਕਿ 7 ਖਰੇ ਕੰਡੋਮ ਸਨ, ਟੁੱਟੀਆਂ ਹੋਈਆਂ ਲੱਕੜਾਂ ਤੱਕ ਢਿੱਡ ਚੋਂ ਲੱਭੀਆਂ ਸਨ। ਇਸ ਕਦਰ ਬੇਹੂਦਾ ਤਰੀਕੇ ਨਾਲ ਇੰਨੀ ਭਿਆਨਕ ਦਰਦਨਾਕ ਮੌਤ ਦੇਣ ਬਾਅਦ ਭਾਜੀ ਤੁਸੀਂ ਅੰਦਾਜ਼ਾ ਲਓ, ਉਹ ਖਬਰ ਤੋਂ ਬਾਅਦ ਅੱਗੇ ਨਾ ਤਾਂ ਫੋਲੋ ਅਪ ਸੀ, ਇੱਕ ਵੀ ਬੰਦਾ, ਇੱਕ ਵੀ ਲੁਧਿਆਣੇ ਤੋਂ, ਇੰਨੀਆਂ NGOs ਨੇ, ਇੰਨਾ ਉੱਥੇ ਸਰਗਰਮ ਮੀਡੀਆ ਕਿ ਕਿਸੇ ਇੱਕ ਦਾ ਬਿਆਨ ਵੀ ਆਇਆ ਹੋਵੇ ਕਿ ਹਾਂਜੀ ਇਹ ਮਾੜਾ ਹੋਇਆ ਜਾਂ ਇਹੋ ਜਿਹੇ ਲੋਕ ਲੱਭੋ ਫੜੋ, ਅੱਜ ਤੱਕ ਨਾ ਕੋਈ ਲੱਭਿਆ ਗਿਆ, ਨਾ ਕਿਸੇ ਤੇ ਕੇਸ ਹੋਇਆ, ਨਾ ਉਹ ਯਾਨੀ ਇੱਕ ਗੁੰਮਸ਼ੁਦਾ ਲਾਸ਼ ਬਣ ਗਈ। ਤੇ ਗੱਲ ਸਮਝੋ ਕਿ ਇਹੋ ਜਿਹੀਆਂ ਹੀ ਅਜੇ ਤੱਕ
ਜਿਹੜੇ ਮੈਂ ਕੇਸ 4 ਲੱਖ ਦੇ ਵਿੱਚ ਜ਼ਿਕਰ ਕਰ ਰਹੀ ਹਾਂ, ਸਾਡੀ ਤਾਂ 84 ਦੀਆਂ ਪੱਤ ਲਵਾਈਆਂ ਉਹ ਔਰਤਾਂ ਵੀ ਅਜੇ ਤੱਕ ਨਿਆਂ ਨੂੰ ਤੜਫ ਰਹੀਆਂ ਨੇ ਜੀ, ਨਿਆਂ ਨੂੰ ਤੜਫ ਰਹੀਆਂ ਨੇ। ਹਰ ਵਾਰ ਮੁੱਦਾ ਜ਼ਰੂਰ ਸਰਗਰਮ ਹੁੰਦਾ 84 ਦਾ। ਮੈਂ ਅੱਜ ਲਫ਼ਜ਼ ਜੋ ਵਰਤ ਰਹੀ ਹਾਂ, ਦੁਰ ਫਿਟੇ ਮੂੰਹ ਉਹਨਾਂ ਦੇ ਜਿਹੜੇ 84 ਵਰਤ ਕੇ ਅੱਜ ਵੋਟਾਂ ਲਈ ਹੱਥ ਤਾਂ ਅਗਾਂਹ ਕਰ ਦਿੰਦੇ ਨੇ। ਕਦੇ ਇੱਕ ਵਾਰ ਉਹਨਾਂ ਸੋਚਿਆ ਵੀ ਆਪਣੇ ਬਿਸਤਰੇ ਗਰਮ ਕਰਨ ਲਈ ਅੱਜ ਵੀ ਉਹ ਸੈਕਸ ਸਕੈਂਡਲ ਚਲਾਉਂਦਿਆਂ ਦੀ ਕਦੇ ਹਿਰਦਾ ਕੰਬਿਆ ਕਿ ਉਹ ਸਾਡੀ ਮਾਂ ਦੀਆਂ ਉਮਰ ਦੀਆਂ ਨਿਆਂ ਉਡੀਕਦੀਆਂ, ਅਸੀਂ ਉਹਨਾਂ ਨੂੰ ਕਦੇ ਨਿਆਂ ਦਿਵਾਇਆ ਵੀ ਹੋਵੇ ਜਾਂ ਉਹਨਾਂ ਦੇ ਨਿਆਂ ਦਿਵਾਉਣ ਲਈ ਕਦੇ ਆਵਾਜ਼ ਚੁੱਕੀ ਹੋਵੇ? ਕਦੇ ਇਹ ਮੁੱਦਾ ਵੀ ਸਿਆਸਤਦਾਨ ਕਦੇ ਲੈ ਕੇ ਆਏ ਹੁਣ ਵੀ ਅਸੀਂ ਔਰਤਾਂ ਦੀ ਸੁਰੱਖਿਆ ਲਈ ਆਹ ਵੱਖਰੀ ਚੀਜ਼ ਕਰਨ ਲੱਗੇ ਹਾਂ? ਭਾਜੀ, ਨਿਰਭਇਆ ਫੰਡ ਦਾ ਸਿਰਫ 1% ਹਿੱਸਾ ਵਰਤਿਆ ਗਿਆ, ਕਿਸੇ ਨੇ ਪੁੱਛਿਆ, ਬਾਕੀ ਕਿੱਥੇ ਦਫਾ ਦਫਾ ਹੋ ਗਿਆ। ਫਾਸਟ ਟਰੈਕ ਕੋਰਟਸ ਕਿੰਨਿਆਂ ਨੂੰ ਨਿਆਂ ਦਵਾ ਸਕੇ ਤੁਹਾਡੇ ਸਾਹਮਣੇ ਜੇ ਲੱਖਾਂ ਦੀ ਗਿਣਤੀ ਦੇ ਵਿੱਚ ਅਜੇ ਸਾਡੇ ਕੋਲ ਅਜੇ ਪੈਂਡਿੰਗ ਕੇਸ ਨੇ। ਭਾਜੀ ਜ਼ਰਾ ਸੋਚਿਓ, ਉਸ ਔਰਤ ਤੇ ਜਿਹੜੀ ਬਲਾਤਕਾਰ ਕਰਾਈ ਬੈਠੀ ਹੈ, 16 ਵਰਿਆਂ ਦੀ ਬੱਚੀ, ਕਿ ਸਮਾਜ ਉਹਨੂੰ ਕਿਸ ਨਜ਼ਰ ਨਾਲ ਵੇਖਦਾ ਹੋਏਗਾ ਤੇ ਹਰ ਰੋਜ਼ ਉਹਦਾ ਬਲਾਤਕਾਰ ਹੁੰਦਾ ਹੋਣਾ ਤੇ ਕਿੰਨੇ ਸਾਲ ਉਹ ਇਸ ਤਰ੍ਹਾਂ ਦੀ ਚੀਜ਼ ਨਾਲ ਜੀ ਸਕੇਗੀ? ਕਿਸ ਤਰੀਕੇ ਜੀਏਗੀ ਤੇ ਕੌਣ ਅਪਣਾਏਗਾ? ਸਾਡੀ ਸਮਾਜ ਦੀ ਗਿਰਾਵਟ ਦੀ ਜੀ। ਲਾਸਟ ਕਾਲ ਲੈ ਕੇ ਫਿਰ ਖਾਲਸਾ ਜੀ ਦੀ ਅੱਗੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਖਾਲਸਾ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਕੌਮ ਦਾ ਮਾਣ ਡਾਕਟਰ ਹਰਸ਼ਿੰਦਰ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਰਨ ਸਿੰਘ ਦਾਨੇਵਾਲੀ ਹੋਰਾਂ ਦਾ ਧੰਨਵਾਦ ਕਿ ਤੁਹਾਨੂੰ ਰੇਡੀਓ ਤੇ ਲਿਆ ਕੇ ਲੋਕਾਂ ਨਾਲ ਸਾਂਝ ਪਾਉਂਦੇ ਆ। ਮੈਂ ਇਹ ਸੁਝਾਅ ਦਿੰਦਾ ਕਿ ਹਰ ਪਿੰਡ ਔਰ ਸ਼ਹਿਰਾਂ ਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਦੇ ਗਰੁੱਪ ਬਣਨ, ਜਿਹੜੇ ਇਸ ਲਾਹਨਤ ਤੋਂ ਜਿਹੜੇ ਲੋਕ ਇਹਦੇ ਵਿੱਚ ਫਸੇ ਆ ਉਹਦੇ ਖਿਲਾਫ ਆਵਾਜ਼ ਉਠਾਉਣ ਔਰ ਉਹਨਾਂ ਨੂੰ ਸਜ਼ਾਵਾਂ ਵੀ ਦੇਣ ਚੰਗੀਆਂ, ਚਾਹੇ ਕੁੱਟ ਕੇ ਦੇਣ ਤੇ ਚਾਹੇ ਕੋਈ, ਤਾਂ ਕਿ ਲੋਕ ਸਿੱਧੇ ਹੋ ਜਾਣ। ਇਹਦੇ ਬਾਰੇ ਕੀ ਖਿਆਲ ਹੈ? ਵਾਹਿਗੁਰੂ ਜੀ ਕਾ ਖਾਲਸਾ, ਜੀ ਫਤਿਹ। ਜੀ ਬਿਲਕੁਲ। ਮੈਂ ਆਖਰੀ ਅਸਲ 'ਚ ਜਿੰਨੇ ਵੀ ਮੈਂ ਮੁੱਦੇ ਲਿਆ ਰਹੀ ਸਾਂ, ਮੈਂ ਖਾਲਸਾ ਜੀ ਬੜੀ ਧੰਨਵਾਦੀ ਹਾਂ ਤੁਹਾਡਾ, ਤੁਸੀਂ ਇਹ ਗੱਲ ਛੇੜ ਦਿੱਤੀ, ਕਿਉਂਕਿ ਮੈਂ ਆਖਰੀ ਮੁੱਦਾ ਹੀ ਇਹਦੇ ਤੇ ਆਉਣਾ ਸੀ ਕਿ ਯੂਥ ਕਲੱਬ ਸਾਡੇ ਵੱਡੀ ਪੱਧਰ ਤੇ ਜੋ ਪਿੰਡਾਂ ਵਿੱਚ ਨੇ ਉਹਨਾਂ 'ਚ ਬੱਚੀਆਂ ਦੀ ਗਿਣਤੀ ਨਾ ਬਰਾਬਰ ਹੈ। ਸੋ ਜਿਹੜਾ ਅਸਲ ਤਬਦੀਲੀ ਸਾਡੀ ਨਵੀਂ ਜਨਰੇਸ਼ਨ ਲਿਆ ਸਕਦੀ ਹੈ, ਜਿੰਨੇ ਵੀ ਮੈਂ ਸੁਝਾਅ ਦੇ ਸਕੀ ਸਾਂ ਉਹਨਾਂ ਵਿੱਚ ਸਭ ਤੋਂ ਵੱਡਾ ਇਸ ਵੇਲੇ ਕਿ ਸਾਡਾ ਯੂਥ ਅਗਾਂਹ ਆਵੇ, ਯੂਥ ਕਲੱਬ ਪਿੰਡਾਂ ਵਿੱਚ ਬੱਚੀਆਂ ਅਗਾਂਹ ਆਉਣ ਤੇ ਇੱਕ ਸੰਪੂਰਨ ਰੂਪ ਵਿੱਚ ਨਾ ਲੱਗੇ ਦਾਜ ਤੇ ਕਿ ਬੱਚੀਆਂ ਵਿਕਾਊ ਨਹੀਂ ਹਨ। ਜਿਹਨੇ ਵਿਆਹ ਕਰਨਾ ਉਹ ਆਪਣਾ ਦਿਖਾਵੇ ਔਕਾਤ ਕੀ, ਜੇ ਤੁਹਾਡੀ ਕਿੱਥੇ ਤੱਕ ਤੁਸੀਂ ਪੜ੍ਹ ਸਕਿਓ, ਆਪਣੇ ਉਸ ਬੱਚੀ ਨੂੰ ਪਾਲਣ ਯੋਗ ਹੈ ਕਿ ਨਹੀਂ, ਉਹਦੀ ਇੱਜ਼ਤ ਕਰਨ ਯੋਗ ਹੈ ਕਿ ਨਹੀਂ, ਤੇ ਉਹ ਬੱਚੀ ਆਪ ਉਹ ਵੱਧ ਸਕੇ ਅਗਾਂਹ, ਪੜ੍ਹ ਲਿਖ ਕੇ ਆਪਣੇ ਕੋਈ ਨੌਕਰੀ ਕਰਨ ਜੋਗੀ ਹੋ ਸਕੇ। ਇਸ ਤਰੀਕੇ ਦਾ ਅਸੀਂ ਆਧਾਰ ਬਣਾਈਏ ਤੇ ਤਾਂ ਜੋ ਉਹ ਅੱਗੇ, ਜਿਵੇਂ ਅਸੀਂ ਗੱਲ ਕੀਤੀ, ਪੋਲੀਟਿਕਸ 'ਚ ਵੀ ਜਾਏ, IAS ਵੀ ਬਣੇ, IPS ਵੀ ਬਣੇ, ਹਰ ਪਾਸੇ ਜੱਜ ਵੀ ਬਣੇ, ਤਾਂ ਕਿ ਸਾਨੂੰ ਇਸ ਵਿੱਚ ਸਹੀ ਮਾਇਨਿਆਂ ਵਿੱਚ ਨਿਆਂ ਅਸੀਂ ਔਰਤ ਨੂੰ ਦਵਾ ਸਕੀਏ। ਸੋ ਅੱਜ ਦੀ ਲੋੜ ਏ ਸਭ ਤੋਂ ਪਹਿਲਾਂ ਸੰਪੂਰਨ ਨਾ ਦਾਜ ਉੱਤੇ, ਤੇ ਦੂਜਾ ਭਰੂਣ ਹੱਤਿਆ ਕਰਨ ਵਾਲੇ ਨੂੰ ਤਾਂ ਸਿਵਾਏ ਸਜ਼ਾਏ ਮੌਤ ਦੇ ਦੂਜੀ ਮੌਤ ਕੋਈ ਹੋਣੀ ਹੀ ਨਹੀਂ ਚਾਹੀਦੀ, ਕਿਉਂਕਿ ਇਸ ਤੋਂ ਅਕ੍ਰਿਤ ਘਣ ਨਹੀਂ ਅਸੀਂ ਗਿਣ ਸਕਦੇ ਕਿ ਆਪਣੀ ਮਾਂ ਦੇ ਕੁੱਖੋਂ ਜੰਮ ਕੇ ਤੇ ਉਸੇ ਹੀ ਮਾਂ ਨੂੰ ਹੀ ਅੱਗੋਂ ਅਸੀਂ ਯਾਨੀ ਕੁੱਖਾਂ ਹੀ ਖਤਮ ਕਰ ਰਹੇ ਹੋਈਏ। ਇਸ ਤੋਂ ਵੱਡਾ ਗੁਨਾਹ ਅੱਜ ਸਨ 2020 ਵਿੱਚ ਕੀ ਹੋ ਸਕਦਾ ਜੇ, ਜਦੋਂ ਇੱਕ ਪਾਸੇ ਅਸੀਂ ਮਾਰਚ ਤੱਕ ਪਹੁੰਚਣ ਦੀ ਗੱਲ ਕਰਦੇ ਹਾਂ, ਦੂਜੇ ਪਾਸੇ ਕਹਿੰਦੇ ਹਾਂ ਅਸੀਂ ਔਰਤ ਨੂੰ ਅੱਖ ਵੀ ਨਹੀਂ ਖੋਲਣ ਦੇ ਸਕਦੇ। ਸੋ ਅਸੀਂ ਇਹ ਜਿਹੜਾ ਦੋਗਲੇਪਨ ਦੀ ਨੀਤੀ ਨੂੰ ਜਦ ਤੱਕ ਖਤਮ ਨਹੀਂ ਕਰਾਂਗੇ ਤੇ ਜਦ ਤੱਕ ਧੂਕੇ ਨਹੀਂ ਲਾਵਾਂਗੇ ਅਜਿਹੇ ਪੋਲੀਟੀਸ਼ੀਅਨਸ ਜੋ ਇਸ ਤਰੀਕੇ ਦੀ ਚੀਜ਼ ਨੂੰ ਵਧਾਵਾ ਦੇ ਰਹੇ ਨੇ, ਉਦੋਂ ਤੱਕ ਸੱਚ ਮੰਨਿਓ ਅਸੀਂ ਔਰਤ ਨੂੰ ਸਹੀ ਮਾਇਨੇ ਬਰੀ ਨਹੀਂ ਦੇ ਸਕਦੇ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸ਼ਿੰਦਰ ਕੌਰ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਸੋ ਇਹ ਸੀ ਡਾਕਟਰ ਸ਼ਿੰਦਰ ਕੌਰ ਜੀ, ਤੇ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ ਤੇ ਫਿਰ